साहिब जी कहाँ बुद्ध प्रभ तुच्छ हमारी, बरन सकै महिमा जो तुहारी। हम ना सकत कर सिफत तुम्हारी, आप लिहो तुम कथा सुधारी। लहने दी फेराइया नानका दोई खटिया, जोत ओहा जुगत साए, सहकाया फेर पलटिया। चुल्लै सो छत नरंजनी, मल तख्त बैठा गुर हटिया। करहे जे गुर फरमाया, सिल जोग लूणी छटिया। लंगर चलै गुर शब्द हर, टोट न आवी खटिया। खर्चे दित खसामदी, आप खहदी खैर दबटिया। होवै सिफत खसामदी, नूर अरसों कुरसों चटिया। तुद डिठे सचे पातशाह, मल जन्म जन्म दे। तुद डिठे सचे पातशाह, मल जन्म जन्म दे खटिया। सतनाम श्री वाहिगुरु साहिब जीओ। होरियो गंग वहाईया, दुनियाई आख के क्यों ना। नानक ईसर जगन्नाथ, उच हदी वैन विर क्यों ना। होरियो गंग वहाईया, दुनियाई आख के क्यों ना। वाहिगुरु जी का खालसा, वाहिगुरु जी की फतेह। पतत पावन सतगुरु अंतरजामी जुगो जुग अटल। गुरु ग्रंथ साहिब जियां दी पवित्र पावन हजूरी दा आनंद मान रही गुरु की संगत। सतगुरु ने अमृत वेले दियां दातां बख्शिश कीतियां। आप संगतां गुरबाणी दे कीर्तन सरवण करके मिले होए इस मनुखा जन्म दे वड्डे भारी लाभ जो सानू इन्हां सवासां दे संगत विच प्राप्त हो रहा है, सो वो लाभ आप संगतां ने संगत विच बैठ के प्राप्त किते। इस वेले सतगुरु कृपा कर रहे ने। गुरबाणी दी जो विचार है, सतगुरु गुरु ग्रंथ साहिब महाराज साहिब जियां दे अंग 967 दे उपर आपां सरवण कर रहे हाँ।
ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੋਰਿਓ ਗੰਗ ਵਹਾਈਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਵਿੱਚ ਭਾਈ ਸੱਤਾ ਤੇ ਭਾਈ ਬਲਵੰਡਾ ਗੁਰਮੁਖੋ ਕੀਰਤਨ ਕਰਿਆ ਕਰਦੇ। ਇੱਕ ਵਾਰੀ ਮਨ ਦੇ ਵਿੱਚ ਲੋਭ ਆਉਣ ਕਰਕੇ ਸਤਿਗੁਰਾਂ ਦੇ ਕੋਲ ਇਹ ਬਚਨ ਕਰ ਲਿਆ, ਮਹਾਰਾਜ ਜੀ ਵਿਸਾਖੀ ਦਾ ਸਾਰਾ ਚੜਾਵਾ ਸਾਨੂੰ ਦੇ ਦਿਓ। ਅਸੀਂ ਆਪਣੀ ਪੁੱਤਰੀ ਦਾ ਜਾਂ ਕਹਿ ਲਈਏ ਭੈਣ ਦਾ ਵਿਆਹ ਕਰਨਾ ਹੈ। ਪਰ ਗੁਰਮੁਖੋ ਕੁਝ ਇਸ ਤਰ੍ਹਾਂ ਦੀ ਉਸ ਵੇਲੇ ਪ੍ਰਮਾਤਮਾ ਦੇ ਵੱਲੋਂ ਦੇਵਨੇਤ ਵਰਤੀ ਹੈ ਕਿ ਸੰਗਤ ਥੋੜ੍ਹੀ ਆਈ, ਮਾਇਆ ਥੋੜ੍ਹੀ ਹੋਈ ਤੇ ਨਾਰਾਜ਼ ਹੋ ਗਏ। ਆਪਣੇ ਘਰ ਵਿੱਚ ਜਾ ਕੇ ਬੈਠ ਗਏ, ਅਸੀਂ ਗੁਰੂ ਦਰਬਾਰ ਵਿੱਚ ਹੁਣ ਕੀਰਤਨ ਨਹੀਂ ਕਰਾਂਗੇ। ਸਤਿਗੁਰਾਂ ਨੇ ਪਹਿਲਾਂ ਸਿੱਖਾਂ ਨੂੰ ਭੇਜਿਆ, ਫਿਰ ਆਪ ਲੈਣ ਵਾਸਤੇ ਗਏ ਤੇ ਇਹਨਾਂ ਨੇ ਬੜੇ ਮਾੜੇ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਗੁਰੂ ਅੰਗਦ ਸਾਹਿਬ ਪਾਤਸ਼ਾਹ ਨੂੰ ਕੀਤੇ। ਸਤਿਗੁਰਾਂ ਦੇ ਮੁਖੋਂ ਸੁਭਾਵਕ ਬਚਨ ਨਿਕਲਿਆ, ਇਹ ਫਿਟਕ ਗਏ ਨੇ, ਇਹ ਫਿਟ ਗਏ ਨੇ, ਇਹਨਾਂ ਨੇ ਐਸੇ ਬਚਨ ਆਖੇ ਨੇ। ਮਹਾਰਾਜ ਦੇ ਬਚਨ ਹੋਣ ਕਰਕੇ ਸਰੀਰ ਤੇ ਕੋੜ ਹੋ ਗਿਆ, ਗਲੇ ਪੱਕ ਗਏ। ਭਾਈ ਲੱਦਾ ਜੀ ਦੇ ਕੋਲ ਜਾ ਕੇ ਬਖਸ਼ਾਉਣ ਦੀ ਬੇਨਤੀ ਕੀਤੀ ਹੈ। ਭਾਈ ਲੱਦਾ ਜੀ ਨੇ ਆ ਕੇ ਸਤਿਗੁਰਾਂ ਦੇ ਕੋਲ ਬਖਸ਼ਾਇਆ। ਮਹਾਰਾਜ ਕਹਿਣ ਲੱਗੇ, ਜਿਹੜੇ ਮੁਖ ਦੇ ਨਾਲ ਤੁਸੀਂ ਗੁਰੂ ਕੀ ਨਿੰਦਿਆ ਕੀਤੀ, ਅਪਜਸ ਕੀਤਾ ਹੈ, ਉਸੇ ਮੁਖ ਦੇ ਨਾਲ ਗੁਰੂ ਦੀ ਸਿਫਤ ਕਰੋ, ਤੁਹਾਡਾ ਇਹ ਰੋਗ ਹਟ ਜਾਵੇਗਾ। ਇਹ ਭਾਈ ਸੱਤਾ ਤੇ ਬਲਵੰਡਾ ਫਿਰ ਇਹ ਵਾਰ ਜਿਹੜੀ ਹੈ ਨਾ, ਇਹਦੀਆਂ 8 ਪੌੜੀਆਂ ਬਖਸ਼ਿਸ਼ ਕੀਤੀਆਂ, ਜਿਸ ਦੇ ਵਿੱਚੋਂ 3 ਪੌੜੀਆਂ ਆਪਾਂ ਪਿੱਛੇ ਸਰਵਨ ਕਰ ਆਏ ਹਾਂ। ਚੌਥੀ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਕਰਦੇ ਹਨ। ਹੋਰਿਓ ਗੰਗ ਵਹਾਈਆ, ਦੁਨਿਆਈ ਆਖੈ ਕਿ ਕਿਉਂ ਨਾ। ਸਤਿਗੁਰੂ ਪਾਤਸ਼ਾਹ ਦੀ ਸਿਫਤ ਕਰਦਿਆਂ ਕਹਿੰਦੇ, ਦੁਨਿਆਈ ਆਖੈ, ਜਿਹੜੀ ਦੁਨਿਆਵੀ ਦੁਨੀਆ ਹੈ ਨਾ, ਉਹ ਆਖੈ, ਇਹ ਗੱਲ ਕਹਿੰਦੀ ਹੈ, ਦੁਨੀਆ ਇਹ ਗੱਲ ਕਹਿੰਦੀ ਹੈ ਕਿ ਕਿਉਂ ਗੁਰੂ ਨਾਨਕ ਸਾਹਿਬ ਨੇ ਇਹ ਕੀ ਕਰ ਦਿੱਤਾ ਹੈ। ਜਦੋਂ ਕੋਈ ਨਵਾਂ ਕੰਮ ਹੋ ਜਾਵੇ ਨਾ ਦੁਨੀਆ ਤੇ, ਕਦੇ ਸੋਚਿਆ ਨਾ ਹੋਵੇ, ਤੇ ਫਿਰ ਲੋਕ ਹੈਰਾਨ ਹੋ ਜਾਂਦੇ ਵੀ ਇਹ ਕੀ ਹੋ ਗਿਆ ਹੈ ਜਾਂ ਕਿਹਨੇ ਕਰ ਦਿੱਤਾ ਹੈ। ਤੇ ਗੁਰਮੁਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਨਵਾਂ ਕੰਮ ਕੀਤਾ ਦੁਨੀਆ ਦੇ ਨਾਲ। ਕੋਈ ਵੀ ਪਿਤਾ ਆਪਣੇ ਘਰ ਵਿੱਚ ਸੰਪਤੀ ਜੋੜਦਾ ਨਾ, ਧਨ ਪਦਾਰਥ ਜੋੜਦਾ ਹੈ, ਤੇ ਉਹਦਾ ਜਿਹੜਾ ਅੱਗੇ ਧਨ ਸਾਂਭਣ ਵਾਲਾ, ਰਾਜ ਸਾਂਭਣ ਵਾਲਾ ਉੱਤਰਾਧਿਕਾਰੀ ਉਹਦਾ ਪੁੱਤਰ ਹੋਇਆ ਕਰਦਾ ਹੈ। ਵੱਡੇ ਵੱਡੇ ਰਾਜਿਆਂ ਨੇ ਰਾਜ ਕਮਾਇਆ ਤੇ ਰਾਜ ਭਾਗ ਆਪਣੇ ਪੁੱਤਰਾਂ ਨੂੰ ਦਿੱਤਾ। ਜੇ ਆਪਾਂ ਆਮ ਸੰਸਾਰੀ ਗੱਲ ਕਰੀਏ, ਜਿੰਨੀ ਸਾਡੇ ਕੋਲ ਜ਼ਮੀਨ ਜਾਇਦਾਦ ਹੈ, ਅਸੀਂ ਆਪਣੇ ਪੁੱਤਰਾਂ ਨੂੰ, ਬੱਚਿਆਂ ਨੂੰ ਅੱਗੇ ਦੇ ਕੇ ਜਾਵਾਂਗੇ, ਵਸੀਅਤ ਕਰਕੇ ਜਾਵਾਂਗੇ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਸ ਤਰ੍ਹਾਂ ਨਹੀਂ ਕੀਤਾ ਹੈ। ਜਿੰਨੀ ਜ਼ਮੀਨ ਜਾਇਦਾਦ ਹੈ ਨਾ, ਮਹਾਰਾਜ ਸਾਹਿਬ ਜੀਆਂ ਨੇ ਘਰ ਤੱਕ ਵੀ ਆਪਣਾ ਦਾਨ ਕਰ ਦਿੱਤਾ, ਵੰਡ ਦਿੱਤਾ ਲੋਕਾਂ ਦੇ ਵਿੱਚ, ਪੁੱਤਰਾਂ ਨੂੰ ਨਹੀਂ ਦਿੱਤਾ ਹੈ। ਦੁਨਿਆਵੀ ਆਖੈ ਕਿ ਕਿਉਂ, ਦੁਨੀਆ ਆਖਦੀ ਇਹ ਕੀ ਕਰ ਦਿੱਤਾ ਮਹਾਰਾਜ ਨੇ, ਪੁੱਤਰਾਂ ਨੂੰ ਕੁਝ ਨਹੀਂ ਦਿੱਤਾ ਹੈ। ਨਾ ਕੋਈ ਸੰਸਾਰ ਦਾ ਧਨ, ਨਾ ਕੋਈ ਮਾਇਆ, ਨਾ ਕੋਈ ਜਾਇਦਾਦ, ਨਾ ਕੋਈ ਪਦਾਰਥ। ਇਹ ਹੋਰਿਓ ਗੰਗ ਵਿਹਾਈਓ ਨੇ, ਮਹਾਰਾਜ ਨੇ ਉਲਟੀ ਗੰਗਾ ਵਗਾ ਦਿੱਤੀ ਹੈ। ਗੰਗਾ ਇੱਕ ਪਾਸੇ ਨੂੰ ਚੱਲਦੀ, ਦੁਨੀਆ ਵੀ ਇੱਕ ਪਾਸੇ ਨੂੰ ਚੱਲਦੀ ਹੈ। ਪਰ ਗੁਰੂ ਨਾਨਕ ਸਾਹਿਬ ਨੇ ਇਹ ਜਿਹੜਾ ਕੌਤਕ ਕੀਤਾ ਨਾ, ਇਹ ਉਲਟੀ ਗੰਗਾ ਮਹਾਰਾਜ ਨੇ ਚਲਾ ਦਿੱਤੀ ਹੈ। ਪੁੱਤਰਾਂ ਨੂੰ ਛੱਡ ਕੇ ਪਦਾਰਥ ਜਿਹੜੇ ਸੰਸਾਰ ਵਿੱਚ ਵੰਡ ਦਿੱਤੇ। ਐਸੀ ਕਿਰਪਾ ਕਰਨ ਵਾਲੇ। ਦੁਨਿਆਈ ਆਖਿਆ ਕਿ ਕਿਉਂ, ਦੁਨੀਆ ਦੇ ਲੋਕ ਆਖਦੇ ਗੁਰੂ ਨਾਨਕ ਸਾਹਿਬ ਨੇ ਇਹ ਕੀ ਕਰ ਦਿੱਤਾ ਹੈ ਜੋ ਉਲਟੀ ਗੰਗਾ ਵਹਾਈ ਹੈ। ਉਲਟੀ ਗੰਗਾ ਕੀ ਵਹਾ ਦਿੱਤੀ ਗੁਰਮੁਖੋ, ਜਿਹੜਾ ਪੁੱਤਰਾਂ ਨੂੰ ਛੱਡ ਕੇ ਗੁਰਤਾ ਗੱਦੀ ਸੇਵਕ ਨੂੰ ਦਿੱਤੀ ਹੈ। ਪੁੱਤਰਾਂ ਨੇ ਚਾਹਿਆ ਤੇ ਹੈ, ਮਨਸ਼ਾ ਤੇ ਹੈ, ਇੱਛਾ ਤੇ ਹੈ ਵੀ ਗੁਰਤਾ ਗੱਦੀ ਸਾਨੂੰ ਮਿਲੇ, ਪਰ ਮਿਲੀ ਸੇਵਕ ਨੂੰ ਹੈ, ਕਿਉਂਕਿ ਬਚਨ ਨਹੀਂ ਮੰਨ ਸਕੇ। ਔਰ ਇਹੋ ਹੀ ਉਲਟੀ ਗੰਗਾ ਗੁਰੂ ਅੰਗਦ ਸਾਹਿਬ ਨੇ ਵਹਾਈ ਹੈ। ਪੁੱਤਰ ਤੇ 2 ਮਹਾਰਾਜ ਦੇ ਘਰ ਵਿੱਚ ਦਾਤੂ ਤੇ ਦਾਸੂ ਨੇ, ਪਰ ਛੱਡ ਕੇ ਸੇਵਕ ਨੂੰ
ਗੁਰਤਾ ਗੱਦੀ ਦਿੱਤੀ ਹੈ। ਇਹੋ ਹੀ ਵਡਿਆਈ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਪੁੱਤਰਾਂ ਨੂੰ ਛੱਡ ਕੇ ਸੇਵਕਾਂ ਨੂੰ ਵਡਿਆਈਆਂ ਬਖਸ਼ਿਸ਼ ਕੀਤੀਆਂ। ਐਸੇ ਨੇ ਮਹਾਰਾਜ ਦੁਨੀਆ ਆਖਦੀ ਹੈ ਕਿ ਕਿਉਂ ਨੇ ਗੁਰੂ ਨਾਨਕ ਸਾਹਿਬ ਨੇ ਇਹ ਕੀ ਕੀਤਾ ਹੈ? ਇਹ ਤਾਂ ਕੀਤਾ ਕਿਉਂਕਿ ਪੁੱਤਰਾਂ ਨੇ ਸੇਵਾ ਨਹੀਂ ਕੀਤੀ ਔਰ ਬਚਨ ਨਹੀਂ ਮੰਨਿਆ। ਬਚਨ ਮੰਨਣ ਵਾਲਾ ਪ੍ਰਵਾਨ ਹੈ। ਜਿਸ ਵੇਲੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਰਤਾਰਪੁਰ ਦੀ ਧਰਤੀ ਤੇ ਰਹਿੰਦੇ ਨੇ ਤੇ ਸਤਿਗੁਰਾਂ ਦੇ ਕੋਲ ਮਾਤਾ ਸੁਲੱਖਣੀ ਜੀ ਬੈਠੇ ਹੋਏ, ਸੰਗਤਾਂ ਬੇਅੰਤ ਇਕੱਠ ਹੈ ਤੇ ਅੱਜ ਮਹਾਰਾਜ ਸਰੀਰ ਛੱਡ ਕੇ ਸੱਚਖੰਡ ਚੱਲੇ ਤੇ ਮਾਤਾ ਸੁਲੱਖਣੀ ਜੀ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਸਤਿਗੁਰੂ ਪੁੱਤਰਾਂ ਨੇ ਕਦੇ ਬਚਨ ਮੰਨਿਆ ਨਹੀਂ, ਦੂਰ ਦੂਰ ਰਹਿ ਤੇ ਪੁੱਤਰ ਖਾਲੀ ਰਹਿ ਜਾਣਗੇ, ਕਿਰਪਾ ਕਰਕੇ ਪੁੱਤਰਾਂ ਨੂੰ ਵੀ ਨਿਵਾਜੋ, ਕੋਈ ਦਾਤ ਬਖਸ਼ਿਸ਼ ਕਰੋ। ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਉਹਨਾਂ ਨੇ ਕਦੇ ਬਚਨ ਮੰਨਿਆ ਹੀ ਨਹੀਂ, ਕਦੇ ਆਗਿਆ ਵਿੱਚ ਰਹਿ ਹੀ ਨਹੀਂ, ਦੂਰ ਹੀ ਰਹਿ ਤਾਂ ਖਾਲੀ ਰਹਿਣ। ਨਹੀਂ ਸਤਿਗੁਰੂ ਆਪਣੇ ਜਾਣ ਕੇ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ ਚਲੋ ਫਿਰ ਸੁਨੇਹਾ ਭੇਜ ਕੇ ਤੇ ਬੁਲਾ ਲਓ। ਮਾਤਾ ਸੁਲੱਖਣੀ ਜੀ ਨੇ ਸੁਨੇਹਾ ਭੇਜਿਆ ਬਾਬਾ ਸ਼੍ਰੀ ਚੰਦ ਲਖਮੀ ਦਾਸ ਨੂੰ, ਆਓ ਤੁਹਾਡੇ ਪਿਤਾ ਸੱਚਖੰਡ ਚੱਲੇ ਨੇ, ਉਹਨਾਂ ਦਾ ਦਿਦਾਰਾ ਕਰ ਲਵੋ, ਲੈ ਲਵੋ ਦਾਤ ਜਿਹੜੀ ਕੋਈ ਲੈਣੀ ਹੈ। ਜਦੋਂ ਸਿੱਖ ਲੈਣ ਵਾਸਤੇ ਗਿਆ ਨਾ ਸਾਹਿਬਜ਼ਾਦਿਆਂ ਨੂੰ ਦੋਵੇਂ ਕਹਿਣ ਲੱਗ ਪਿਆ, ਕਹਿੰਦੇ ਪਿਤਾ ਜੀ ਤੇ ਰੋਜ਼ ਹੀ ਚਾਦਰ ਲੈ ਕੇ ਲੰਮੇ ਪੈ ਜਾਂਦੇ, ਅਸੀਂ ਚੱਲੇ ਆ ਸੱਚਖੰਡ, ਅਸੀਂ ਚੱਲੇ ਆ, ਜਾਂਦੇ ਹੈ ਕੋਈ ਨਹੀਂ, ਇਹਦੇ ਰੋਜ਼ ਦਾ ਹੀ ਕੰਮ ਹੈ, ਕਿਤੇ ਨਹੀਂ ਚੱਲੇ, ਇੱਥੇ ਹੀ ਉਹਨਾਂ ਨੇ ਰਹਿਣਾ, ਇੱਥੇ ਹੀ ਅਸੀਂ ਰਹਿਣਾ, ਸਮਾਂ ਆਵੇਗਾ ਤੇ ਅਸੀਂ ਆਪੇ ਆ ਜਾਵਾਂਗੇ ਦਰਸ਼ਨ ਕਰਨ ਵਾਸਤੇ। ਸਿੱਖ ਨੇ ਆ ਕੇ ਦੱਸਿਆ, ਮਾਤਾ ਜੀ ਉਹ ਕਹਿੰਦੇ ਨੇ ਵੀ ਸਤਿਗੁਰੂ ਤੇ ਰੋਜ਼ ਹੀ ਇਹ ਸੱਚਖੰਡ ਜਾਣ ਦੀਆਂ ਗੱਲਾਂ ਕਰਦੇ ਪਰ ਜਾਂਦੇ ਨਹੀਂ, ਕੋਈ ਨਹੀਂ ਸਮਾਂ ਆਵੇਗਾ ਤੇ ਅਸੀਂ ਆਵਾਂਗੇ ਦਰਸ਼ਨ ਕਰਾਂਗੇ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸੁਲੱਖਣੀ ਜੀ ਇਹਨਾਂ ਦੇ ਕਰਮਾਂ ਵਿੱਚ ਦਾਤ ਹੈ ਹੀ ਨਹੀਂ ਹੈ, ਇਹ ਬਚਨ ਮੰਨਦੇ ਹੀ ਨਹੀਂ, ਸ਼ੁਰੂ ਤੋਂ ਨਹੀਂ ਬਚਨ ਮੰਨਦੇ, ਹੁਣ ਕਿਵੇਂ ਮੰਨ ਲੈਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਰੀਰ ਛੱਡ ਗਏ, ਜੋਤੀ ਜੋਤ ਸਮਾ ਗਏ। ਸੰਗਤਾਂ ਵਿੱਚ ਵੈਰਾਗ ਪੈਦਾ ਹੋਇਆ ਤੇ ਫਿਰ ਪਤਾ ਲੱਗਾ ਬਾਬਾ ਸ਼੍ਰੀ ਚੰਦ ਲਖਮੀ ਦਾਸ ਦੋਨੇ ਜਾਣੇ ਦੌੜ ਕੇ ਆਏ ਮਹਾਰਾਜ ਜੀਆਂ ਦੇ ਕੋਲ ਬੈਠ ਕੇ ਮਾਤਾ ਨੇ ਆਖਿਆ, ਕਹਿਣ ਲੱਗੇ ਪੁੱਤਰੋ ਬੜੀ ਦੇਰ ਕਰ ਦਿੱਤੀ, ਪਹਿਲਾਂ ਆ ਜਾਂਦੇ, ਕੋਈ ਝੋਲੀਆਂ ਭਰਵਾ ਲੈਂਦੇ ਇਹਨਾਂ ਦੇ ਕੋਲੋਂ ਬਚਨ ਕਰਕੇ, ਪਰ ਤੁਸੀਂ ਬਚਨ ਹੀ ਨਹੀਂ ਮੰਨਿਆ, ਹਰ ਵੇਲੇ ਬਚਨ ਤੋਂ ਪਰੇ ਹੀ ਰਹਿ, ਹੁਣ ਤੁਹਾਡੇ ਆਉਣ ਦਾ ਕੀ ਲਾਭ ਹੋਵੇਗਾ। ਦੋਨੇ ਜਾਣੇ ਵੈਰਾਗ ਕਰਦੇ ਪਏ। ਇੰਨੇ ਚਿਰ ਨੂੰ ਸਤਿਗੁਰਾਂ ਦੇ ਮਹਾਨ ਗੁਰਸਿੱਖ ਬਚਨਾਂ ਨੂੰ ਪਾਲਣ ਵਾਲੇ ਭਾਈ ਬਾਲਾ ਜੀ ਆ ਗਿਆ ਨਨਕਾਣਾ ਸਾਹਿਬ ਤਲਵੰਡੀ ਤੋਂ ਚੱਲ ਕੇ। ਜਦੋਂ ਪਹੁੰਚੇ ਤੇ ਉਹਨਾਂ ਨੇ ਵੇਖਿਆ ਵੀ ਮਹਾਰਾਜ ਤੇ ਸੱਚਖੰਡ ਜਾ ਚੁੱਕੇ ਨੇ, ਸੰਗਤਾਂ ਵੈਰਾਗ ਕਰਦੀਆਂ ਪਈਆਂ। ਉਸ ਵੇਲੇ ਭਾਈ ਬਾਲਾ ਜੀ ਨੇ ਅਰਦਾਸ ਕੀਤੀ, ਕਹਿਣ ਲੱਗਾ ਮਹਾਰਾਜ ਸਦਾ ਹੀ ਆਪਣੇ ਸਨਮੁਖ ਰੱਖਿਆ, ਸਦਾ ਹੀ ਤੁਹਾਡੇ ਬਚਨ ਕੰਨਾਂ ਵਿੱਚ ਸੁਣਦੇ ਰਹੇ, ਸਦਾ ਹੀ ਸਾਡੇ ਕੋਲੋਂ ਬਚਨਾਂ ਦੀ ਕਮਾਈ ਤੁਸੀਂ ਕਰਵਾਈ ਹੈ। ਮਹਾਰਾਜ ਕਿਰਪਾ ਕਰਦੇ, ਅਖੀਰਲੀ ਵਾਰੀ ਦਾ ਵੀ ਦਰਸ਼ਨ ਮਨ ਦੀ ਇੱਛਾ ਹੈ ਵੀ ਤੁਹਾਡਾ ਦਰਸ਼ਨ ਹੁੰਦਾ, ਸਤਿਗੁਰੂ ਕਿਰਪਾ ਕਰੋ, ਇੱਕ ਘੜੀ ਦਾ ਦਰਸ਼ਨ ਹੀ ਬਖਸ਼ਿਸ਼ ਕਰ ਦਿਓ। ਜਦੋਂ ਭਾਈ ਬਾਲਾ ਜੀ ਨੇ ਅਰਦਾਸ ਕੀਤੀ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਅਰਦਾਸ ਪ੍ਰਵਾਨ ਕਰਦਿਆਂ ਹੋਇਆਂ ਨੇਤਰ ਖੋਲ੍ਹ ਲਏ। ਸਾਹਮਣੇ ਭਾਈ ਬਾਲਾ ਜੀ ਬੈਠੇ ਹੋਏ। ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ ਜੇ ਵੱਧ ਵੀ ਸਮਾਂ ਮੰਗ ਲੈਂਦਾ ਨਾ ਤੇ ਅਸੀਂ ਉਹਨਾਂ ਸਮਾਂ ਤੇਰੇ ਕੋਲ ਰਹਿ ਪੈਣਾ ਸੀ, ਪਰ ਤੇਰੇ ਮੂੰਹ ਦੇ ਵਿੱਚੋਂ ਘੜੀ ਦਾ ਹੀ ਸਮਾਂ ਨਿਕਲਿਆ, ਇਸ ਕਰਕੇ ਇੱਕ ਘੜੀ ਹੁਣ ਤੇਰੇ ਕੋਲ ਰਵਾਂਗੇ, ਫਿਰ ਅਸੀਂ ਸੱਚਖੰਡ ਚਲੇ ਜਾਣਾ ਹੈ। ਉਸ ਵੇਲੇ ਮਾਤਾ ਸੁਲੱਖਣੀ ਜੀ ਨੇ ਵੇਖਿਆ ਵੀ ਹੁਣ ਫਿਰ ਮੌਕਾ ਹੈ, ਫਿਰ ਪੁੱਤਰਾਂ ਨੂੰ ਅੱਗੇ ਕੀਤਾ, ਕਹਿਣ ਲੱਗੇ ਸਤਿਗੁਰੂ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ, ਸੁਲੱਖਣੀ ਜੀ ਦਾਤ ਜਿਨ੍ਹਾਂ ਨੇ ਲੈਣੀ ਉਹ ਤੇ ਲੈ ਕੇ ਚਲੇ ਗਏ, ਦਾਤਾਂ ਤੇ ਮਿਲ ਗਈਆਂ ਬਚਨ ਮੰਨਣ ਵਾਲਿਆਂ। ਮਹਾਰਾਜ ਪੁੱਤਰਾਂ ਦਾ ਨਾਮ ਕਿਵੇਂ ਰਵੇਗਾ, ਪੁੱਤਰ ਕਿਵੇਂ ਗੁਜ਼ਾਰਾ ਕਰਨਗੇ। ਸਤਿਗੁਰੂ ਕਹਿਣ ਲੱਗੇ, ਸੁਲੱਖਣੀ ਜੀ ਮਾਤਾ ਸਾਹਿਬ ਜੀ ਨੂੰ ਬੜੇ ਸਤਿਕਾਰ ਦੇ ਨਾਲ ਆਖਿਆ, ਕਹਿਣ ਲੱਗੇ ਜਿੰਨਾ ਚਿਰ ਦੁਨੀਆ ਇਹ ਸੰਸਾਰ ਬਣਿਆ ਰਹੇਗਾ ਨਾ, ਤੇਰੇ ਪੁੱਤਰਾਂ ਦਾ ਨਾਮ ਸੂਰਜ ਦੇ ਵਾਂਗ ਚਮਕਦਾ ਹੀ ਰਹੇਗਾ, ਇਹਨਾਂ ਨੂੰ ਥੋੜ ਨਹੀਂ ਰਹੇਗੀ ਕਿਸੇ ਗੱਲ ਦੀ, ਇਹਨਾਂ ਦੀਆਂ ਝੋਲੀਆਂ ਆਪਣੇ ਆਪ ਹੀ ਇਹਨਾਂ ਦੀਆਂ ਭਰੀਆਂ ਰਹਿਣਗੀਆਂ। ਐਸੇ ਬਚਨ ਬਖਸ਼ਿਸ਼ ਕਰ ਦਿੱਤੇ। ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵਡਿਆਈ ਕਰਦਿਆਂ ਹੋਇਆਂ ਭਾਈ ਬਲਵੰਡ ਜੀ ਤੇ ਭਾਈ ਸੱਤਾ ਜੀ ਕਹਿਣ ਲੱਗੇ, ਦੁਨਿਆਵੀ ਆਖਿਆ ਕਿ ਕਿਉਂ ਦੁਨੀਆ ਆਖਦੀ ਇਹ ਕੀ ਕੀਤਾ ਮਹਾਰਾਜ ਨੇ, ਉਲਟੀ ਗੰਗ ਵਹਾਈਓਂ ਹੋ ਰਿਓ ਗੰਗ ਵਹਾਈਓਂ, ਉਲਟੀ ਗੰਗਾ ਵਹਾ ਦਿੱਤੀ ਹੈ। ਗੁਰਤਾ ਗੱਦੀ ਪੁੱਤਰਾਂ ਨੂੰ ਨਹੀਂ ਦਿੱਤੀ ਹੈ, ਪੁੱਤਰਾਂ ਨੂੰ ਛੱਡ ਕੇ ਸੇਵਕਾਂ ਨੂੰ ਦਿੱਤੀ ਹੈ।
ਨਹੀਂ ਤੇ ਦੁਨੀਆ ਦੇ ਲੋਕ ਛੋਟੀ ਤੋਂ ਛੋਟੀ ਚੀਜ਼ ਵੀ ਆਪਣੀ ਸੰਤਾਨ ਵਾਸਤੇ ਲੋਕ ਬਣਾਉਂਦੇ ਨੇ, ਆਪਣੇ ਪੁੱਤਰਾਂ ਨੂੰ ਪਰਿਵਾਰਾਂ ਨੂੰ ਹੀ ਦਿੰਦੇ ਨੇ। ਮਹਾਰਾਜ ਨੇ ਏਡੀ ਵੱਡੀ ਦਾਤ ਗੁਰਤਾ ਗੱਦੀ ਦੀ ਗੁਰਿਆਈ ਜਿਹੜੀ ਹੈ ਉਹ ਪੁੱਤਰਾਂ ਨੂੰ ਨਾ ਦੇ ਕੇ ਸੇਵਕ ਨੂੰ ਦੇ ਕੇ ਇਹ ਉਲਟੀ ਗੰਗਾ ਵਹਾਈ ਹੈ। ਦੁਨੀਆ ਹੈਰਾਨ ਹੈ ਵੀ ਮਹਾਰਾਜ ਨੇ ਇੱਕ ਐਸਾ ਕੰਮ ਕੀਤਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉ ਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸੰਸਕ੍ਰਿਤ ਨੂੰ ਛੱਡ ਕੇ ਗੁਰਬਾਣੀ ਦੀ ਗੰਗਾ ਵਹਾ ਦਿੱਤੀ ਹੈ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੋਲ ਇੱਕ ਪੰਡਤ ਨੇ ਸਵਾਲ ਕੀਤਾ, ਬ੍ਰਾਹਮਣ ਨੇ, ਕਹਿਣ ਲੱਗਾ ਮਹਾਰਾਜ ਜਦੋਂ 4 ਵੇਦ ਪਹਿਲਾਂ ਹੀ ਨੇ, 6 ਸ਼ਾਸਤਰ ਪਹਿਲਾਂ ਨੇ, 27 ਸਿਮਰਤੀਆਂ ਪਹਿਲਾਂ ਨੇ, 52 ਉਪਨਿਸ਼ਦ ਨਾਮ ਦੇ ਗ੍ਰੰਥ ਪਹਿਲਾਂ ਹੀ ਨੇ, ਤੇ ਮਹਾਰਾਜ ਸਾਹਿਬ ਜੀ ਆਪ ਜੀ ਨੇ ਗੁਰਬਾਣੀ ਕਿਉਂ ਰਚੀ ਹੈ? ਇਹਨਾਂ ਗ੍ਰੰਥਾਂ ਦਾ ਹੀ ਪ੍ਰਚਾਰ ਕਰਦੇ ਜਿਹੜੇ ਪਹਿਲਾਂ ਰਚੇ ਹੋਏ। ਪਾਤਸ਼ਾਹ ਕਹਿਣ ਲੱਗੇ, ਭਾਈ ਪੰਡਤ ਜੀ ਬਚਨ ਇਹ ਆ ਵੀ ਪਾਣੀ ਤੇ ਸਾਰੀ ਧਰਤੀ ਦੇ ਥੱਲੇ ਹੈ, ਪਰ ਕਈਆਂ ਥਾਵਾਂ 'ਤੇ ਸੌਖਾ ਹੀ ਵਗਦਾ ਪਿਆ, ਕਈਆਂ ਥਾਵਾਂ 'ਤੇ ਕੱਢਣਾ ਬੜਾ ਔਖਾ ਹੈ। ਇਸ ਕਰਕੇ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ, ਵੇਦ ਪੜ੍ਹਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਬੜੀ ਔਖੀ ਭਾਸ਼ਾ ਸੰਸਕ੍ਰਿਤ ਵਿੱਚ ਰਚਿਆ ਹੈ। ਦੂਜੀ ਗੱਲ ਹੈ, ਵੇਦ ਨੂੰ ਪੜ੍ਹ ਹੀ ਇਕੱਲਾ ਬ੍ਰਾਹਮਣ ਸਕਦਾ ਹੈ, ਸੁਣੀ ਇਕੱਲਾ ਖੱਤਰੀ ਸਕਦਾ, ਬਾਕੀ ਤੇ ਸੁਣੀ ਨਹੀਂ ਸਕਦੇ, ਪੜ੍ਹ ਨਹੀਂ ਸਕਦੇ। ਇਹ ਗੁਰਬਾਣੀ ਅਸੀਂ ਸੌਖੀ ਭਾਸ਼ਾ ਵਿੱਚ ਉਚਾਰ ਕੇ ਸਭ ਸਿੱਖਾਂ ਨੂੰ ਹੁਕਮ ਕਰ ਦਿੱਤਾ, ਜਿਹੜਾ ਮਰਜ਼ੀ ਕੋਈ ਗਾਵੇ ਉਹ ਸੁਣੇ ਹਰਨਾਮਾ, ਚਿਤ ਲਾਏ ਇਸ ਬਾਣੀ ਨੂੰ, ਜਿਹੜਾ ਮਰਜ਼ੀ ਪੜ੍ਹੇ ਸੁਣੇ, ਉਹਦਾ ਹੀ ਭਲਾ ਕਰਨ ਵਾਸਤੇ ਬਾਣੀ ਰਚੀ ਹੈ। ਮਹਾਰਾਜ ਕਹਿਣ ਲੱਗੇ ਸੰਸਕ੍ਰਿਤ ਦੀ ਬਾਣੀ ਛੱਡ ਕੇ ਜਿਹੜੇ ਸੁਖੈਨ ਬਚਨ ਨੇ ਗੁਰਮੁਖੀ ਦੇ, ਸਤਿਗੁਰਾਂ ਨੇ ਉਹ ਰਚ ਕੇ ਗੁਰਬਾਣੀ ਬਣਾਈ ਹੈ। ਦੁਨਿਆਵੀ ਆਖੇ ਕਿ ਕਿਉਂ ਨ, ਦੁਨੀਆ ਆਖਦੀ ਇਹ ਕੀ ਕੀਤਾ ਹੈ? ਇਹ ਉਲਟੀ ਗੰਗਾ ਵਹਾ ਦਿੱਤੀ ਮਹਾਰਾਜ ਸਾਹਿਬ ਜੀਆਂ ਨੇ, ਜੋ ਸਾਨੂੰ ਸੁਖੈਨ ਬਾਣੀ ਦੇ ਨਾਲ ਲੜ ਲਾ ਕੇ ਗਿਆਨ ਬਖਸ਼ਿਸ਼ ਕਰਕੇ ਸਾਡੀ ਮੁਕਤੀ ਕੀਤੀ ਹੈ। ਇਹ ਉਲਟੀ ਗੰਗਾ ਮਹਾਰਾਜ ਨੇ ਵਹਾਈ ਹੈ। ਫਿਰ ਬਖਸ਼ਿਸ਼ ਕਰਦੇ ਹਨ। ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉ ਨ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਗੁਰਮੁਖੋ ਲੋਕ ਤੇ ਨਿੱਕਾ ਨਿੱਕਾ ਧਨ ਇਕੱਠਾ ਕਰਕੇ ਜੋੜ ਲੈਂਦੇ, ਪਰ ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਦੀ ਧਰਤੀ ਤੇ ਵੇਈ ਨਦੀ ਵਿੱਚ ਟੁੱਬੀ ਮਾਰ ਕੇ ਮਹਾਰਾਜ 3 ਦਿਨ ਅਲੋਪ ਰਹੇ ਨਾ, ਸੱਚਖੰਡ ਨਿਰੰਕਾਰ ਦੇ ਦਰਸ਼ਨ ਕੀਤੇ। ਜਦੋਂ ਤੀਜੇ ਦਿਨ ਵੇਈ ਵਿੱਚੋਂ ਬਾਹਰ ਨਿਕਲੇ, ਮਹਾਰਾਜ ਨੇ ਆਉਂਦਿਆਂ ਹੀ ਸਾਰਾ ਹੱਟ ਲੁਟਾ ਦਿੱਤਾ। ਹੱਟ ਤੇ ਬੈਠਦੇ ਨਾ ਮਹਾਰਾਜ ਸਾਹਿਬ ਜੀ 13-13 ਤੋਲਦੇ। ਬਾਹਰ ਆਉਂਦਿਆਂ ਹੀ ਹੁਕਮ ਕੀਤਾ ਵੀ ਲੈ ਜਾਓ ਭਾਈ, ਹੱਟ ਵਿੱਚੋਂ ਲੁੱਟ ਕੇ ਜਿਹਨੇ ਲੈ ਕੇ ਜਾਣਾ, ਜੋ ਕਿਸੇ ਨੂੰ ਚਾਹੀਦਾ ਲੈ ਜਾਓ। ਸਾਰੀ ਦੁਕਾਨ ਹੀ ਖਾਲੀ ਕਰਵਾ ਦਿੱਤੀ। ਕਿਸੇ ਚੁਗਲਖੋਰ ਨੇ ਜਾ ਕੇ ਉਸ ਵੇਲੇ ਨਵਾਬ ਦੇ ਕੋਲ ਸ਼ਿਕਾਇਤ ਕਰ ਦਿੱਤੀ ਹੈ, ਤੁਹਾਡਾ ਤੇ ਮੋਦੀ ਖਾਨਾ ਲੁਟਾ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਬੁਲਾ ਕੇ ਆਖਿਆ ਤੁਸੀਂ ਘਾਟਾ ਪਾ ਦਿੱਤਾ। ਮਹਾਰਾਜ ਕਹਿੰਦੇ ਭਾਈ ਹਿਸਾਬ ਕਰ ਲਵੋ। ਜਦੋਂ ਹਿਸਾਬ ਕੀਤਾ ਤੇ ਮਹਾਰਾਜ ਸਾਹਿਬ ਜੀ ਦੀ ਮਾਇਆ ਫਿਰ ਉਹਨਾਂ ਵੱਲੇ ਨਿਕਲ ਆਈ। ਮਹਾਰਾਜ ਕਹਿੰਦੇ ਤੁਹਾਨੂੰ ਘਾਟਾ ਕੋਈ ਨਹੀਂ ਪਿਆ ਹੈ, ਸਗੋਂ ਸਾਡੀ ਮਾਇਆ ਤੁਹਾਡੇ ਵੱਲੇ ਨਿਕਲਦੀ ਹੈ। ਉਸ ਵੇਲੇ ਦੌਲਤ ਨਵਾਬ ਖਾਨ ਨੇ ਉਹ ਮਾਇਆ ਦੇਣੀ ਚਾਹੀ, ਲਓ ਮਹਾਰਾਜ ਇਹ ਤੁਹਾਡਾ ਹਿੱਸਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ ਨਵਾਬ ਜੀ, ਇਹ ਸਾਨੂੰ ਮਾਇਆ ਨਹੀਂ ਚਾਹੀਦੀ ਹੈ। ਪਾਤਸ਼ਾਹ ਫਿਰ ਮੈਂ ਨਹੀਂ ਰੱਖ ਸਕਦਾ ਕੋਲ, ਇਹ ਤੁਹਾਡਾ ਹੱਕ ਹੈ। ਮਹਾਰਾਜ ਕਹਿੰਦੇ ਗਰੀਬਾਂ ਨੂੰ ਵੰਡ ਦਿਓ, ਲੋਕਾਂ ਨੂੰ ਵੰਡ ਦਿਓ, ਲੋੜਵੰਦ ਜਿਹੜੇ ਨੇ ਨਾ ਫਕੀਰ ਉਹਨਾਂ ਨੂੰ ਵੰਡ ਦਿਓ, ਸਾਨੂੰ ਨਹੀਂ ਚਾਹੀਦੀ ਹੈ। ਇਹ ਬਚਨ ਕਰਕੇ ਉਸ ਵੇਲੇ ਆ ਗਏ। ਮਾਤਾ ਸੁਲੱਖਣੀ ਜੀ ਨੇ ਉਸ ਵੇਲੇ ਆਪਣੇ ਪਿਤਾ ਨੂੰ ਭੇਜ ਕੇ ਆਖਿਆ ਵੀ ਮਾਇਆ ਤੇ ਸਾਡੀ ਹੈ, ਬੱਚਿਆਂ ਦੇ ਕੰਮ ਆਵੇਗੀ। ਗੁਰੂ ਨਾਨਕ ਸਾਹਿਬ ਤੇ ਐਵੇਂ ਹੀ ਬਚਨ ਕਰ ਦਿੰਦੇ। ਜਾ ਕੇ ਫਿਰ ਦੌਲਤ ਖਾਨ ਦੇ ਕੋਲ ਜਾ ਕੇ ਪੁੱਛਿਆ ਜੀ ਇਹ ਮਾਇਆ ਉਹਨਾਂ ਦੇ ਪਰਿਵਾਰ ਨੂੰ ਦੇ ਦਿਓ। ਨਵਾਬ ਕਹਿਣ ਲੱਗਾ ਵੀ ਨਹੀਂ ਮਹਾਰਾਜ ਦੇ ਜਿਹੜੇ ਬਚਨ ਹੋ ਗਏ ਮੈਂ ਤੇ ਉਹ ਪੂਰੇ ਕਰਾਂਗਾ। ਇਸ ਤਰ੍ਹਾਂ ਉਹ ਸਾਰਾ ਧਨ ਮਹਾਰਾਜ ਜੀਆਂ ਨੇ ਵੰਡਾ ਦਿੱਤਾ। ਮਹਾਰਾਜ ਕਹਿਣ ਲੱਗੇ ਉਲਟੀ ਗੰਗ ਹੋਰਿਓ ਗੰਗ ਵਹਾਈ ਹੋਣ। ਇਹ ਮਹਾਰਾਜ ਸਾਹਿਬ ਜੀਆਂ ਨੇ ਉਲਟੀ ਗੰਗਾ ਵਗਾ ਦਿੱਤੀ ਹੈ। ਦੁਨੀਆ ਦੇ ਲੋਕ ਪਾਈ ਪਾਈ ਇਕੱਠੀ ਕਰਦੇ ਪਏ, ਮਹਾਰਾਜ ਵੇਈ ਵਿੱਚੋਂ ਬਾਹਰ ਆ ਕੇ ਆਪਣਾ ਹਾਟੀ ਲੁਟਾਉਂਦੇ ਪਏ। ਜਿਹੜੀ ਮਾਇਆ ਵੱਜ ਜਾਂਦੀ ਹੈ ਉਹ ਵੀ ਲੋਕਾਂ ਵਿੱਚ ਵੰਡ ਦਿੰਦੇ। ਇਹ ਐਸੀ ਮਹਾਰਾਜ ਨੇ ਉਲਟੇ ਕਾਰਜ ਕੀਤੇ। ਦੁਨਿਆਵੀ ਆਖਿਆ ਕਿ ਕਿਉਂ ਨ, ਦੁਨੀਆ ਆਖਦੀ ਹੈ ਮਹਾਰਾਜ ਨੇ ਕੀ ਕੀਤਾ ਹੈ। ਇਸ ਤਰ੍ਹਾਂ ਲੋਕ ਹੈਰਾਨ ਹੁੰਦੇ। ਫਿਰ ਇਸੇ ਪੰਕਤੀ ਨੂੰ ਮਹਾਰਾਜ ਫਰਮਾਉਂਦੇ ਹਨ। ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਂ ਨ। ਗੁਰਮੁਖੋ ਗੰਗ ਨਾਮ ਹੈ ਬਿਰਤੀ ਦਾ। ਦੁਨੀਆ ਦੀ ਬਿਰਤੀ ਸੰਸਾਰ ਵੱਲੇ ਹੀ ਰਹਿੰਦੀ ਹੈ। ਆਪਾਂ ਜਿੰਨੇ ਬੈਠੇ ਹਨ
ਅਸੀਂ ਸੰਸਾਰ ਬਾਰੇ ਸੋਚਦੇ ਹਾਂ, ਅੱਜ ਇਹ ਕੀਤਾ ਹੈ, ਕੱਲ੍ਹ ਇਹ ਕਰਾਂਗੇ, ਅਗਲੇ ਸਾਲ ਇਸ ਤਰ੍ਹਾਂ ਕਰ ਲਵਾਂਗੇ, ਪੁੱਤਰ ਇਹ ਕਰਨਗੇ, ਪੋਤਰੇ ਇਹ ਕਰਨਗੇ। ਸਾਡੀ ਬਿਰਤੀ ਹਮੇਸ਼ਾ ਸੰਸਾਰ ਵੱਲ ਹੀ ਰਹਿੰਦੀ ਹੈ। ਕੋਈ ਵੀ ਕੰਮ ਕਰੀਏ ਅਸੀਂ ਪਹਿਲਾਂ ਉਹਦੇ ਵਿੱਚੋਂ ਸੋਚਦੇ ਹਾਂ ਵੀ ਲਾਭ ਕੀ ਹੋਵੇਗਾ, ਇਹਦੇ ਵਿੱਚੋਂ ਸਾਨੂੰ ਪ੍ਰਾਪਤੀ ਕੀ ਹੋਵੇਗੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਹੋ ਰਹੇ ਹੋ ਗੰਗ ਨਾਮ ਬਿਰਤੀ ਦਾ। ਬਿਰਤੀ ਆਪਣੀ ਤੇ ਉਹਨਾਂ ਦੀ ਉਲਟ ਹੈ ਹੀ, ਆਪ ਤੇ ਹੈ ਹੀ ਉਹ ਪਰਮੇਸ਼ਰ। ਜਿਹੜੇ ਸਿੱਖਾਂ ਨੇ ਉਹਨਾਂ ਦੀ ਸਿੱਖੀ ਧਾਰਨ ਕੀਤੀ ਹੈ, ਉਹਨਾਂ ਸਿੱਖਾਂ ਦੀ ਬਿਰਤੀ ਵੀ ਮਹਾਰਾਜ ਨੇ ਸੰਸਾਰ ਵੱਲੋਂ ਉਲਟੀ ਕਰ ਦਿੱਤੀ ਹੈ। ਉਹਨਾਂ ਦੀ ਬਿਰਤੀ, ਉਹਨਾਂ ਦਾ ਧਿਆਨ ਸੰਸਾਰ ਵੱਲੇ, ਕਦੇ ਕਾਮ ਵੱਲੇ, ਕਦੇ ਕ੍ਰੋਧ, ਲੋਭ, ਮੋਹ, ਹੰਕਾਰ ਵੱਲੇ ਨਹੀਂ ਮਹਾਰਾਜ ਸਾਹਿਬ ਜੀ ਆਉਣ ਦਿੰਦੇ। ਉਹਨਾਂ ਦੀ ਬਿਰਤੀ ਸੰਸਾਰ ਵੱਲੋਂ ਹਟਾ ਕੇ ਨਿਰੰਕਾਰ ਦੇ ਵੱਲ ਮਹਾਰਾਜ ਸਾਹਿਬ ਜੀਆਂ ਨੇ ਜੋੜ ਦਿੱਤੀ ਹੈ। ਐਸੇ ਸਤਿਗੁਰੂ ਕਿਰਪਾ ਕਰਨ ਵਾਲੇ ਹੋ ਰਹੇ ਹੋ ਗੰਗ ਵਹਾਈ। ਹੁਣ ਗੰਗ ਨਾਮ ਬਿਰਤੀ ਦਾ, ਧਿਆਨ ਦਾ, ਸਤਿਗੁਰਾਂ ਨੇ ਆਪਣੇ ਸਿੱਖਾਂ ਦਾ ਧਿਆਨ ਸੰਸਾਰ ਵੱਲੋਂ ਹਟਾ ਕੇ ਨਿਰੰਕਾਰ ਦੇ ਵੱਲ ਜੋੜਿਆ ਹੈ। ਦੁਨਿਆਵੀ ਆਖਿਆ ਕਿ ਕਿਉਂ, ਦੁਨੀਆ ਆਖਦੀ ਹੈ ਮਹਾਰਾਜ ਨੇ ਕਿਵੇਂ ਕਰ ਦਿੱਤਾ ਹੈ। ਵੱਡੇ ਵੱਡੇ ਜੋਗੀਆਂ ਦਾ ਧਿਆਨ ਨਹੀਂ ਸੰਸਾਰ ਵੱਲੋਂ ਹਟਿਆ। ਬੜੇ ਬੜੇ ਰਿਸ਼ੀ ਮੁਨੀ ਜੰਗਲਾਂ ਵਿੱਚ ਬੈਠੇ ਰਹੇ। ਗੁਰਮੁਖੋ ਸ੍ਰਿੰਗੀ ਨਾਮ ਦਾ ਰਿਸ਼ੀ ਹੋਇਆ ਨਾ, ਕਹਿਣ ਲੱਗੇ ਜਨਮ ਹੀ ਜੰਗਲਾਂ ਵਿੱਚ ਹੋਇਆ, ਜੰਗਲਾਂ ਵਿੱਚ ਹੀ ਪਲਿਆ ਵੱਡਾ ਹੋਇਆ। ਇੱਥੋਂ ਤੱਕ ਕਿ ਇਹਨੂੰ ਇਹ ਨਹੀਂ ਪਤਾ ਵੀ ਔਰਤ ਕੀ ਹੈ ਤੇ ਮਰਦ ਕੀ ਹੈ, ਇੰਨੀ ਵੀ ਪਛਾਣ ਨਹੀਂ ਹੈ, ਜੰਗਲ ਵਿੱਚ ਹੀ ਰਿਹਾ। ਪਰ ਕਹਿਣ ਲੱਗੇ ਇੱਕ ਸਮਾਂ ਐਸਾ ਆਇਆ, ਇਸ ਰਿਸ਼ੀ ਨੇ ਵੇਸਵਾ ਦੇ ਨਾਲ ਵਿਆਹ ਕਰਵਾ ਕੇ 12 ਬੱਚੇ ਪੈਦਾ ਕਰ ਲਏ। ਸੋ ਇੰਨੇ ਵੱਡੇ ਰਿਸ਼ੀ ਜਿਹੜੇ ਜੰਗਲਾਂ ਵਿੱਚ ਹੀ ਜੰਮੇ, ਜੰਗਲਾਂ ਵਿੱਚ ਹੀ ਜਵਾਨ ਹੋਏ, ਜਿਨ੍ਹਾਂ ਨੂੰ ਦੁਨੀਆ ਦਾ ਕਹਿੰਦੇ ਪਤਾ ਹੀ ਕੁਝ ਨਹੀਂ ਹੈ, ਉਹ ਵੀ ਲੋਕੀ ਐਸੇ ਵਿਕਾਰਾਂ ਤੋਂ ਬਾਹਰ ਨਹੀਂ ਨਿਕਲ ਸਕੇ ਹਨ। ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬੜੀ ਵੱਡੀ ਬਖਸ਼ਿਸ਼ ਕਰਦੇ ਆਪਣੇ ਸਿੱਖਾਂ ਦੇ ਉੱਪਰ। ਸਿੱਖਾਂ ਦੀਆਂ ਬਿਰਤੀਆਂ ਹੀ ਮਹਾਰਾਜ ਨੇ ਵਿਕਾਰਾਂ ਤੋਂ ਹਟਾ ਦਿੱਤੀਆਂ। ਨਹੀਂ ਕਾਮ, ਨਹੀਂ ਕ੍ਰੋਧ, ਨਹੀਂ ਲੋਭ, ਨਹੀਂ ਮੋਹ, ਇਹਨਾਂ ਦੇ ਵੱਲੋਂ ਪਰੇ ਕਰ ਦਿੱਤਾ। ਇਹ ਐਸੀ ਬਖਸ਼ਿਸ਼ ਕਰਨ ਵਾਲੇ ਮਹਾਰਾਜ ਸਾਹਿਬ ਜੀ, ਸਾਰੀ ਉਮਰ ਜੰਗਲਾਂ ਵਿੱਚ ਕੱਟਣ ਵਾਲੇ, ਬੜਾ ਬੜਾ ਤਪ ਕਰਨ ਵਾਲੇ, ਬੜੇ ਬੜੇ ਜੋਗੀ, ਘਰ ਬਾਹਰ ਛੱਡਣ ਵਾਲੇ, ਗੋਰਖਨਾਥ, ਮਛੰਦਰਨਾਥ ਵਰਗੇ ਰਾਜੇ। ਅਮਰੂ ਦੀ ਜਾ ਕੇ ਦੇਹ ਦੇ ਵਿੱਚ ਵੜ ਗਿਆ ਸੀਗਾ ਰਾਜਾ, ਜਿਹੜਾ ਅਮਰੂ ਹੈ ਉਹਦੀ ਦੇਹ ਵਿੱਚ ਜਾ ਕੇ ਵੜ ਗਿਆ ਮਛੰਦਰਨਾਥ, ਉਹਦੀਆਂ ਰਾਣੀਆਂ ਦੇ ਸੁੱਖ ਲੈਣ ਵਾਸਤੇ। ਐਡੇ ਐਡੇ ਵੱਡੇ ਜੋਗੀ ਐਸੇ ਵਿਕਾਰਾਂ ਵਿੱਚ ਫਸੇ ਫਿਰਦੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ, ਆਪ ਦੀ ਮਹਿਮਾ ਬੜੀ ਵੱਡੀ ਹੈ, ਸਭ ਤੇ ਵੱਡਾ ਸਤਿਗੁਰ ਨਾਨਕ। ਸੋ ਐਸੀ ਵਡਿਆਈ ਹੈ ਮਹਾਰਾਜ ਸਾਹਿਬ ਜੀ ਆਪ ਜੀ ਦੀ। ਆਪਣੇ ਸਿੱਖਾਂ ਦੀ ਬਿਰਤੀ ਤੁਸੀਂ ਵਿਕਾਰਾਂ ਵੱਲੇ ਜਾਣ ਹੀ ਨਹੀਂ ਦਿੱਤੀ ਹੈ, ਸੰਸਾਰ ਵੱਲ ਨਹੀਂ ਜਾਣ ਦਿੰਦੇ ਹੋ, ਆਪਣੇ ਸਿੱਖਾਂ ਦੀ ਬਿਰਤੀ ਨੂੰ ਉਲਟਾ ਦਿੰਦੇ ਹੋ, ਨਿਰੰਕਾਰ ਦੇ ਨਾਮ ਦੇ ਨਾਲ ਜੋੜ ਦਿੰਦੇ ਹੋ। ਐਸੀ ਆਪ ਕਿਰਪਾ ਕਰਨ ਵਾਲੇ ਹੋ। ਨਾਨਕ ਈਸ਼ਰ ਜਗਨਾਥ ਉੱਚ ਹੱਦੀ ਵੈਨ ਵਿਰਕਿਓਨ। ਜੋ ਜਗਤ ਦਾ ਨਾਥ ਮਾਲਕ ਹੈ ਪਰਮੇਸ਼ਰ, ਉਸ ਪਰਮੇਸ਼ਰ ਦੇ ਸਰੂਪ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਉੱਚੇ ਹੱਦ ਅਰਥਾਤ ਸਰੂਪ ਦੀ ਪ੍ਰਾਪਤੀ ਦੇ ਬਚਨ ਜਿਹੜੇ ਨੇ ਉਹ ਉਚਾਰੇ ਨੇ। ਜਿਹੜੇ ਬਚਨ ਕੋਈ ਦੁਨੀਆ ਵਿੱਚ ਦੱਸ ਨਹੀਂ ਨਾ ਸਕਿਆ, ਕਹਿ ਨਹੀਂ ਨਾ ਸਕਿਆ, ਐਸੇ ਬਚਨ ਉੱਚ ਹੱਦੀ, ਹੱਦ ਤੋਂ ਉੱਚੇ ਬਚਨ ਜਿਹੜੇ ਮਹਾਰਾਜ ਸਾਹਿਬ ਜੀ ਉਹ ਆਪ ਜੀਆਂ ਨੇ ਬਖਸ਼ਿਸ਼ ਕੀਤੇ ਨੇ। ਜਗਨਨਾਥ ਜੋ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਦੇ ਬਚਨ ਆਪ ਜੀ ਨੇ ਹੱਦ ਤੋਂ ਉੱਚੇ ਵੱਡੇ ਬਚਨ ਗੁਰਬਾਣੀ ਵਿੱਚ ਕਹਿ ਕੇ ਸਿੱਖਾਂ ਨੂੰ ਜੋੜਿਆ ਹੈ। ਮਦਾਣਾ ਪਰਬਤ ਕਰ ਨੇਤਰ ਬਸ ਬਾਸਕ ਸ਼ਬਦ ਰੜਕਿਓਨ। ਮਹਾਰਾਜ ਕਹਿਣ ਲੱਗੇ ਇੱਕ ਸਮਾਂ ਐਸਾ ਆਇਆ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਜੀਆਂ ਨੇ ਪ੍ਰੇਰ ਕੇ ਤੇ ਉਸ ਵੇਲੇ ਮੰਦਿਆਚਲ ਨਾਮ ਦਾ ਜਿਹੜਾ ਪਰਬਤ ਲੈ ਕੇ ਤੇ ਖੀਰ ਸਮੁੰਦਰ ਨੂੰ ਰਿੜਕਿਆ ਹੈ। ਗੁਰਮੁਖੋ ਇੱਕ ਸਾਖੀ ਆਉਂਦੀ ਇਤਿਹਾਸ ਦੇ ਵਿੱਚ ਕਿ ਦੁਰਵਾਸਾ ਰਿਸ਼ੀ ਜੀ ਤਪ ਕਰਦੇ ਪਏ ਸਨ ਜੰਗਲ ਵਿੱਚ ਬੈਠ ਕੇ। ਰਾਜਾ ਇੰਦਰ ਆਪਣੇ ਹਾਥੀ ਅਰਾਵਤ ਤੇ ਚੜਿਆ, ਆਪਣੇ ਹਾਥੀ ਤੇ ਚੜਿਆ ਹੋਇਆ ਤੁਰਿਆ ਜਾ ਰਿਹਾ, ਮਨ ਵਿੱਚ ਵਿਚਾਰਿਆ ਵੀ ਚਲੋ ਦੁਰਵਾਸਾ ਰਿਸ਼ੀ ਦੇ ਦਰਸ਼ਨ ਕਰਾਂਗੇ। ਜਦੋਂ ਦੁਰਵਾਸਾ ਰਿਸ਼ੀ ਜੀ ਨੂੰ ਪਤਾ ਲੱਗਾ ਵੀ ਇਹ ਇੰਦਰ ਆ ਰਿਹਾ ਸਾਡੇ ਦਰਸ਼ਨ ਕਰਨ ਵਾਸਤੇ, ਉਹਨਾਂ ਨੇ ਬੜੀ ਸੋਹਣੀ ਫੁੱਲਾਂ ਦੀ ਇੱਕ ਮਾਲਾ ਪਰੋ ਕੇ ਰੱਖੀ ਆਪਣੇ ਕੋਲ ਵੀ ਜਦੋਂ ਰਾਜਾ ਆਵੇਗਾ ਨਾ ਉਹਦੇ ਗਲ ਵਿੱਚ ਪਾ ਦਿਆਂਗੇ। ਇਹ ਇੰਦਰ ਰਾਜਾ ਜੰਗਲ ਦੇ ਵਿੱਚ ਵਿਚਰਦਾ ਵਿਚਰਦਾ ਜਦੋਂ ਦੁਰਵਾਸਾ ਰਿਸ਼ੀ ਨੂੰ ਜਾ ਕੇ ਨਮਸਕਾਰ ਕਰਦਾ ਹੈ ਨਾ, ਉਹਨਾਂ ਨੇ ਉਹ ਪਰੋਈ ਹੋਈ ਮਾਲਾ ਫੁੱਲਾਂ ਦੀ ਗਲ ਵਿੱਚ ਪਾ ਦਿੱਤੀ, ਸਵਾਗਤ ਕੀਤਾ ਵੀ ਚਲੋ ਰਾਜਾ ਆਇਆ।
ਇਹ ਸਵਾਗਤ ਹੀ ਹੈ ਨਾ। ਉਸ ਵੇਲੇ ਇੰਦਰ ਨੇ ਕੀ ਕੀਤਾ, ਮਸ਼ਕਰੀ ਕਰਨ ਵਾਸਤੇ ਵੀ ਜਿਵੇਂ ਆਪਾਂ ਕਿਸੇ ਦੀ ਭੇਟਾ ਨੂੰ ਤੋਛੀ ਸਮਝੀਏ ਵੀ ਇਹ ਮੈਨੂੰ ਕੀ ਦਿੱਤਾ ਹੈ, ਉਹਨੇ ਆਪਣੇ ਗਲ ਵਿੱਚੋਂ ਮਾਲਾ ਲਾ ਕੇ ਆਪਣੇ ਹਾਥੀ ਦੇ ਗਲ ਵਿੱਚ ਪਾ ਦਿੱਤੇ। ਦੁਰਵਾਸਾ ਜੀ ਨੂੰ ਬੜਾ ਗੁੱਸਾ ਆਇਆ ਵੀ ਅਸੀਂ ਤੇ ਇਹਦੇ ਨਾਲ ਪ੍ਰੇਮ ਕੀਤਾ, ਸਤਿਕਾਰ ਕੀਤਾ, ਇਹਨੇ ਸਾਡੇ ਦਿੱਤੇ ਹੋਏ ਸਤਿਕਾਰ ਨੂੰ ਅੱਗੇ ਜਾਨਵਰ ਨੂੰ ਹਾਥੀ ਦੇ ਗਲ ਵਿੱਚ ਪਾ ਦਿੱਤਾ। ਗੁੱਸੇ ਵਿੱਚ ਆ ਕੇ ਉਹਨਾਂ ਨੇ ਸ਼ਰਾਪ ਦੇ ਦਿੱਤਾ। ਕਹਿਣ ਲੱਗੇ ਜਿਹੜੇ ਹੀਰੇ ਮੋਤੀਆਂ ਦਾ ਤੂੰ ਹੰਕਾਰ ਕਰਦਾ ਨਾ, ਸੋਨੇ ਚਾਂਦੀ ਦਾ, ਵੀ ਮੇਰੇ ਕੋਲ ਹੀਰਿਆਂ ਦੇ ਹਾਰ ਪਏ ਨੇ, ਮੇਰੇ ਕੋਲ ਮੋਤੀ ਕੀਮਤੀ ਵਸਤੂਆਂ, ਜਾਓ ਤੇਰੇ ਸਾਰੇ ਹੀ ਨਸ਼ਟ ਹੋ ਜਾਣਗੇ, ਰਵੇਗਾ ਕੋਈ ਨਹੀਂ। ਹੁਣ ਦੁਰਵਾਸਾ ਜੀ ਦੇ ਬਚਨ ਹੋਏ, ਬਚਨ ਉਹਨਾਂ ਦੇ ਪੂਰੇ ਹੁੰਦੇ, ਸਾਰੇ ਖਜ਼ਾਨੇ ਭਸਮ ਹੋ ਗਏ, ਸਵਾਹ ਹੋ ਗਏ। ਹੁਣ ਵੇਖਦਾ ਵੀ ਇਹ ਮੇਰੇ ਨਾਲ ਕੀ ਬਣਿਆ ਹੈ। ਫਿਰ ਭਗਵਾਨ ਜੀ ਦੇ ਕੋਲ ਜਾ ਕੇ ਫਰਿਆਦ ਕਰਦਾ ਹੈ, ਕਹਿੰਦਾ ਜੀ ਮੇਰੇ ਤੇ ਸਾਰੇ ਖਜ਼ਾਨੇ, ਕੀਮਤੀ ਮਣੀਆਂ, ਕੀਮਤੀ ਹੀਰੇ ਮੋਤੀ ਸਾਰੇ ਹੀ ਨਸ਼ਟ ਹੋ ਗਏ, ਮੇਰੇ ਤੇ ਕਿਰਪਾ ਕਰੋ, ਮੇਰਾ ਕੰਮ ਕਿਵੇਂ ਚੱਲੇਗਾ। ਉਸ ਵੇਲੇ ਭਗਵਾਨ ਜੀ ਕਹਿਣ ਲੱਗੇ ਠੀਕ ਹੈ, ਫਿਰ ਖੀਰ ਸਮੁੰਦਰ ਨੂੰ ਰਿੜਕ ਲਵੋ, ਉਹਦੇ ਵਿੱਚੋਂ ਰਤਨ ਪ੍ਰਾਪਤ ਹੋਣਗੇ। ਉਸ ਵੇਲੇ ਖੀਰ ਸਮੁੰਦਰ ਨੂੰ ਮੰਧਿਆਚਲ ਪਰਬਤ ਵਿੱਚ ਰੱਖ ਕੇ ਤੇ ਸੱਪ ਦਾ ਨੇਤਰਾ ਪਾ ਕੇ ਰਿੜਕਿਆ ਸੀ ਦੇਵਤਿਆਂ ਤੇ ਦੈਂਤਾਂ ਨੇ। ਉਹਦੇ ਵਿੱਚੋਂ 14 ਰਤਨ ਜਿਹੜੇ ਨਿਕਲੇ ਸਨ, ਉਹਦੇ ਬਾਬਤ ਇੱਥੇ ਇਸ਼ਾਰਾ ਕਰਦੇ ਪਏ ਭਾਈ ਬਲਵੰਡ ਦੀ, ਫਰਮਾਉਂਦੇ ਹਨ ਮਦਾਨਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਓ ਨ। ਸਤਿਗੁਰੂ ਪਾਤਸ਼ਾਹ ਆਪ ਜੀ ਨੇ ਐਸੀ ਕਲਾ ਵਰਤਾਈ ਹੈ। ਮਾਦਾਨਾ ਪਰਬਤ, ਜਿਹੜਾ ਪਰਬਤ ਪਹਾੜ ਹੈ ਨਾ, ਜਿਸ ਨੂੰ ਮੰਦਿਆਚਲ ਪਰਬਤ ਕਿਹਾ ਜਾਂਦਾ, ਬੜਾ ਵੱਡਾ ਪਹਾੜ ਹੈ, ਉਹਦੀ ਮਧਾਨੀ ਬਣਾ ਕੇ, ਮਧਾਨਾ ਬਣਾ ਕੇ ਉਹਨੂੰ ਖੀਰ ਸਮੁੰਦਰ ਦੇ ਵਿੱਚ ਰੱਖਿਆ। ਕਰ ਨੇਤਰ ਬਾਸਕ, ਬਾਸਕੀ ਨਾਮ ਦਾ ਇੱਕ ਸੱਪ ਹੈ। ਜਿਸ ਤਰ੍ਹਾਂ ਕਥਨ ਕੀਤਾ ਨਾ ਕਿ ਭਗਵਾਨ ਜੀ ਸ਼ੇਸ਼ਨਾਗ ਦੀ ਸੇਜਾ ਦੇ ਉੱਪਰ ਆਰਾਮ ਕਰਦੇ, ਐਸੇ ਤਰ੍ਹਾਂ ਇਹ ਸ਼ੇਸ਼ਨਾਗ, ਇਹ ਬਾਸਕੀ ਨਾਗ ਜਿਹੜੇ ਨੇ, ਇਹ ਸੱਪ ਦੀਆਂ ਸਭ ਤੋਂ ਵੱਡੀਆਂ ਕਹਿ ਲਈਏ ਵੀ ਕੁੱਲਾਂ ਨੇ, ਸਭ ਤੋਂ ਵੱਡੇ ਇਹ ਸ਼੍ਰੋਮਣੀ ਮੰਨਿਆ ਜਾਂਦਾ ਇਹਨਾਂ ਦੋਵਾਂ ਨੂੰ, ਬਾਸਕੀ ਨਾਗ ਨੂੰ ਔਰ ਇਸੇ ਤਰ੍ਹਾਂ ਸ਼ੇਸ਼ਨਾਗ। ਉਸ ਵੇਲੇ ਦੇਵਤਿਆਂ ਨੇ ਇਸ ਬਾਸਕੀ ਨਾਗ ਦੇ ਨਾਮ ਦਾ ਜਿਹੜਾ ਨਾਗ ਹੈ, ਇਹਦਾ ਨੇਤਰਾ ਪਾਇਆ। ਬੀਬੀਆਂ ਰੱਸੀ ਪਾਉਂਦੀਆਂ ਨਾ ਉਹ ਮਧਾਣੀ ਦੇ ਦਿਵਾਲੇ ਇੱਧਰ ਉੱਧਰ ਖਿੱਚਣ ਵਾਸਤੇ, ਉਹ ਨੇਤਰਾ ਕਿਹਾ ਜਾਂਦਾ। ਕਹਿਣ ਲੱਗੇ ਉਹ ਨੇਤਰਾ ਬਣਾਇਆ, ਸੱਪ ਦਾ ਵਲ ਮਾਰਿਆ ਉਸ ਪਹਾੜ ਦੇ ਨਾਲ, ਇੱਕ ਪਾਸਿਓਂ ਦੇਵਤਿਆਂ ਨੇ ਫੜਿਆ, ਇੱਕ ਪਾਸਿਓਂ ਦੈਂਤਾਂ ਨੇ ਫੜਿਆ, ਤੇ ਉਸ ਪਰਬਤ ਨੂੰ ਜਦੋਂ ਰਿੜਕਿਆ ਨਾ, ਫੇਰਿਆ ਨਾ, ਤੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਸ਼ਬਦ ਰਿੜਕਿਓਣ, ਸ਼ਬਦ ਨਾਮ ਸਮੁੰਦਰ, ਵੀ ਸਮੁੰਦਰ ਨੂੰ ਇਸ ਤਰ੍ਹਾਂ ਰਿੜਕਣਾ ਕੀਤਾ ਹੈ। 14 ਰਤਨ ਨਿਕਾਲੀਆਂ। ਉਹਦੇ ਵਿੱਚੋਂ 14 ਰਤਨ ਜਿਹੜੇ ਸਨ ਉਹ ਸਮੁੰਦਰ ਦੇ ਵਿੱਚੋਂ ਨਿਕਲੇ। ਸ਼੍ਰੀਮੰਡ ਰੰਭਾ ਬਾਰਣੀ ਅਮੀ ਸੰਖ ਗਜਰਾਜ ਬਿਖ ਧੇਨ ਸਸੀ ਕਲਪਤਰ ਧਨਖ ਧਨੰਤਰ ਬਾਜ। ਇਹ 14 ਰਤਨ ਵਿਦਵਾਨਾਂ ਨੇ ਲਿਖੇ ਨੇ। ਸੋ ਪਹਿਲਾ ਰਤਨ ਕੀ ਨਿਕਲਿਆ ਸੀ, ਸ੍ਰੀ ਕਹਿੰਦੇ ਲక్ష్ਮੀ ਨੂੰ। ਇਹ ਲక్ష్ਮੀ ਜਿਹੜੀ ਹੈ ਭਗਵਾਨ ਜੀਆਂ ਦੇ ਘਰ ਵਾਲੀ, ਇਹ ਸਮੁੰਦਰ ਦੇ ਵਿੱਚੋਂ ਨਿਕਲੀ ਹੈ। ਭਗਵਾਨ ਵਿਸ਼ਨੂੰ ਦੀ ਜਿਹੜੀ ਪਤਨੀ ਲక్ష్ਮੀ ਹੈ, ਇਹ ਸਮੁੰਦਰ ਵਿੱਚੋਂ ਇੱਕ ਰਤਨਾਂ ਵਿੱਚੋਂ ਇਹ ਇੱਕ ਰਤਨ ਨਿਕਲਿਆ ਹੈ। ਉਸ ਵੇਲੇ ਦੂਜਾ ਰਤਨ ਕੀ ਹੈ, ਮਨ ਨਾਮ ਹੈ ਮਣੀ ਦਾ। ਕੌਸਤਕ ਨਾਮ ਦੀ ਇੱਕ ਮਣੀ ਹੈ, ਉਹ ਵੀ ਵਿੱਚੋਂ ਸਮੁੰਦਰ ਦਿਓ ਨਿਕਲੀ ਹੈ। ਉਹ ਮਣੀ ਜਿਹੜੀ ਸੀ ਉਸ ਵੇਲੇ ਇਹ ਵੀ ਭੇਟ ਕਰ ਦਿੱਤੀ ਗਈ। ਤੇ ਤੀਜਾ ਗੁਰਮੁਖੋਂ ਇਹਦੇ ਵਿੱਚੋਂ ਜਿਹੜਾ ਨਿਕਲਿਆ ਪਦਾਰਥ ਹੈ, ਉਸ ਨੂੰ ਕਿਹਾ ਜਾਂਦਾ ਰੰਭਾ। ਰੰਭਾ ਨਾਮ ਦੀ ਇੱਕ ਅਪਸ਼ਰਾ ਨਿਕਲੀ, ਜਿਹੜੀ ਕਿ ਰਾਜੇ ਇੰਦਰ ਨੂੰ ਦੇ ਦਿੱਤੀ ਵੀ ਚਲੋ ਤੂੰ ਉਸ ਨੂੰ ਆਪਣੇ ਘਰ ਵਿੱਚ ਵਸਾ ਲੈਣਾ ਕਰ। ਉਹ ਰੰਭਾ ਨਾਮ ਦੀ ਅਪਸ਼ਰਾ ਨਿਕਲੀ ਹੈ। ਇਸ ਸਮੁੰਦਰ ਦੇ ਵਿੱਚੋਂ ਜਿਹੜੇ 14 ਰਤਨ ਨਿਕਲੇ। ਚੌਥੇ ਨੰਬਰ 'ਤੇ ਨਿਕਲੀ ਹੈ ਗੁਰਮੁਖੋਂ ਬਾਰਨੀ। ਬਾਰਨੀ ਕਹਿੰਦੇ ਸ਼ਰਾਬ ਨਿਕਲੀ ਹੈ। ਉਹ ਇਹਨਾਂ ਨੇ ਚਲਾਕੀ ਦੇ ਨਾਲ ਦੇਵਤਿਆਂ ਨੇ ਚੁੱਕ ਕੇ ਦੈਂਤਾਂ ਨੂੰ ਫੜਾ ਦਿੱਤੀ ਵੀ ਤੁਸੀਂ ਪੀਂਦੇ ਰਹੋ, ਇਹਦੇ ਵਿੱਚ ਹੀ ਮਸਤ ਰਹੋ। ਸੋ ਉਹ ਸ਼ਰਾਬ ਜਿਹੜੀ ਉਹ ਦੈਂਤਾਂ ਦੇ ਵੱਸ ਆ ਗਈ। ਅੱਜ ਵੀ ਉਹ ਕਈ ਲੋਕਾਂ ਦੇ ਵੱਸ ਆਈ ਹੋਈ ਹੈ। ਪੀ ਕੇ ਉਹ ਦੈਂਤ ਬੁੱਧੀ ਬਣ ਜਾਂਦੀ ਹੈ, ਫਿਰ ਝਗੜਾ ਕਰਦੇ, ਗਾਲਾਂ ਦਿੰਦੇ, ਮਾੜਾ ਬੋਲਦੇ, ਕੁੱਟ ਵੀ ਖਾ ਲੈਂਦੇ ਫਿਰ ਜਦੋਂ ਮਾੜੇ ਬਚਨ ਬੋਲਦੇ। ਉਹ ਸ਼ਰਾਬ ਦੈਂਤਾਂ ਨੂੰ ਦੇ ਦਿੱਤੀ ਹੈ। ਜਿਹੜੇ ਅੱਜ ਵੀ ਪੀਂਦੇ ਪਏ ਉਹ ਦੈਂਤ ਬੁੱਧੀ ਵਾਲੇ ਨੇ, ਕੋਈ ਬਹੁਤੇ ਚੰਗੀ ਸ਼ੋਭਾ ਵਾਲੀ ਗੱਲ ਨਹੀਂ ਹੈ। ਸੋ ਇਸ ਤਰ੍ਹਾਂ ਇਹ ਚੌਥਾ ਰਤਨ ਨਿਕਲਿਆ ਹੈ। ਪੰਜਵਾਂ ਰਤਨ ਇਹ ਨਿਕਲਿਆ ਜਿਸ ਨੂੰ ਕਿਹਾ ਜਾਂਦਾ ਹੈ ਅਮੀ। ਅਮੀ ਕਹਿੰਦੇ ਅੰਮ੍ਰਿਤ। ਅੰਮ੍ਰਿਤ ਨਿਕਲਿਆ। ਉਹ ਦੇਵਤਿਆਂ ਨੇ ਛੇਤੀ ਨਾਲ ਸਾਂਭ ਲਿਆ ਵੀ ਅਸੀਂ ਇਹਨੂੰ ਪੀ ਲੈਣਾ ਕਰੀਏ। ਉਹ ਦੇਵਤੇ ਉਸ ਨੂੰ ਪ੍ਰਾਪਤ ਕਰ ਗਏ। ਅਤੇ ਇਸੇ ਤਰ੍ਹਾਂ ਛੇਵੀਂ ਵਸਤੂ ਨਿਕਲੀ ਹੈ, ਉਹਦੇ ਵਿੱਚੋਂ ਇੱਕ ਸੰਖ ਨਿਕਲਿਆ, ਵਜਾਉਣ ਵਾਲਾ ਸੰਖ ਜਿਸ ਨੂੰ ਆਪਾਂ ਆਖਦੇ ਹਾਂ। ਉਸ ਨੂੰ ਗੰਡੀਵ ਸੰਖ ਕਿਹਾ ਜਾਂਦਾ ਹੈ। ਸੰਖ ਦਾ ਨਾਮ ਸੀ ਗੰਡੀਵ ਸੰਖ। ਉਹ ਭਗਵਾਨ ਵਿਸ਼ਨੂੰ ਜੀਆਂ ਨੂੰ ਭੇਟ ਕਰ ਦਿੱਤਾ। ਲਓ ਜੀ ਇਹ ਤੁਹਾਡੇ ਵਾਸਤੇ ਤੋਹਫਾ ਨਿਕਲਿਆ ਹੈ।
ਇਹ ਤੁਸੀਂ ਪ੍ਰਾਪਤ ਕਰ ਲੈਣਾ ਕਰੋ। 7ਵਾਂ ਨਿਕਲਿਆ ਉਹਦੇ ਵਿੱਚੋਂ ਗਜਰਾਜ। ਗਜਰਾਜ ਕਹਿੰਦੇ ਹਾਥੀ। ਹਾਥੀ ਨਿਕਲਿਆ ਐਰਾਵਤ, ਰੰਗ ਸੀ ਉਹਦਾ ਚਿੱਟਾ, ਚਿੱਟੇ ਰੰਗ ਦਾ ਹਾਥੀ ਨਿਕਲਿਆ ਐਰਾਵਤ ਹਾਥੀ। ਉਹ ਇੰਦਰ ਨੂੰ ਦੇ ਦਿੱਤਾ ਵੀ ਇੰਦਰ ਰਾਜਾ ਇਹ 'ਤੇ ਸਵਾਰੀ ਕਰਿਆ ਕਰੇਗਾ। 7ਵਾਂ ਇਹ ਹਾਥੀ ਨਿਕਲਿਆ ਹੈ। 8ਵਾਂ ਨਿਕਲਿਆ ਹੈ ਬੇਖ। ਬੇਖ ਨਾਮ ਯਹਿਰ ਦਾ। ਯਹਿਰ ਵੀ ਸਮੁੰਦਰ ਵਿੱਚੋਂ ਨਿਕਲੀ ਅਤੇ ਅੰਮ੍ਰਿਤ ਵੀ ਸਮੁੰਦਰ ਵਿੱਚੋਂ ਨਿਕਲਿਆ ਹੈ। ਉਸ ਵੇਲੇ ਯਹਿਰ ਜਿਹੜੀ ਸੀ ਉਹ ਭਗਵਾਨ ਸ਼ਿਵ ਜੀ ਜੀਆਂ ਨੇ ਆਪਣੇ ਕੰਠ ਵਿੱਚ ਰੱਖ ਲਈ, ਸੋ ਉਸ ਨੂੰ ਸਾਂਭ ਲਿਆ। ਅਤੇ 9ਵੀਂ ਵਿੱਚੋਂ ਨਿਕਲੀ ਹੈ ਕਾਮਧੇਨ ਗਊ, ਜਿਹੜੀ ਦੇਵਤਿਆਂ ਨੂੰ ਦਿੱਤੀ ਗਈ ਵੀ ਚਲੋ ਦੇਵਤਿਓ ਤੁਹਾਨੂੰ ਕਦੇ ਲੋੜ ਪਿਆ ਕਰੇਗੀ ਅਤੇ ਇਹਦੇ ਕੋਲੋਂ ਆਪਣੀਆਂ ਲੋੜਾਂ ਪੂਰੀਆਂ ਕਰ ਲਿਆ ਕਰਿਓ। ਇਹ ਕਾਮਧੇਨ ਗਊ ਵੀ ਉਹ ਸਮੁੰਦਰ ਵਿੱਚੋਂ ਨਿਕਲੀ ਹੈ। 10ਵੇਂ ਨੰਬਰ 'ਤੇ ਨਿਕਲਿਆ ਗੁਰਮੁਖੋ ਚੰਦਰਮਾ। ਚੰਦਰਮਾ ਵੀ ਜਿਹੜਾ ਸਮੁੰਦਰ ਵਿੱਚੋਂ ਨਿਕਲਿਆ ਹੈ। ਇਹ ਹਿੰਦੂ ਧਾਰਮਿਕ ਗ੍ਰੰਥ ਇਹ ਗੱਲ ਕਹਿੰਦਾ ਹੈ। ਔਰ ਉਸ ਚੰਦਰਮਾ ਦਾ ਨਿਵਾਸ ਫਿਰ ਜਾ ਕੇ ਭਗਵਾਨ ਸ਼ਿਵ ਜੀ ਦੀਆਂ ਜਟਾਂ ਦੇ ਉੱਪਰ ਮੰਨਿਆ ਹੈ ਵੀ ਉੱਥੇ ਜਾ ਕੇ ਬੈਠਾ ਹੈ। 11ਵੇਂ ਨੰਬਰ 'ਤੇ ਕਲਪਤਰ ਨਾਮ ਦਾ ਇੱਕ ਰੁੱਖ, ਜਿਸ ਨੂੰ ਕਲਪ ਬ੍ਰਿਸ਼ ਕਿਹਾ ਜਾਂਦਾ ਹੈ, ਮਨ ਦੀਆਂ ਕਲਪਨਾ ਪੂਰੀਆਂ ਕਰਨ ਵਾਲਾ। ਉਹ ਦੇਵਤਿਆਂ ਨੇ ਜਾ ਕੇ ਆਪਣੇ ਸਵਰਗਾਂ ਦੇ ਵਿਹੜੇ ਵਿੱਚ ਲਾ ਕੇ ਰੱਖ ਲਿਆ। 12ਵੇਂ ਨੰਬਰ 'ਤੇ ਨਿਕਲਿਆ ਹੈ ਧਨੁੱਖ। ਸੋ ਜਿਹੜਾ ਬੜਾ ਕੀਮਤੀ ਧਨੁੱਖ ਨਿਕਲਿਆ ਹੈ ਇਹ ਸਮੁੰਦਰ ਦੇ ਵਿੱਚੋਂ, ਜਿਸ ਨੂੰ ਸਾਰੰਗ ਧਨੁੱਖ ਕਿਹਾ ਜਾਂਦਾ ਹੈ। ਆਪਾਂ ਆਮ ਬਚਨ ਪੜ੍ਹਦੇ ਨੇ ਸਾਰੰਗ ਪਾਨ, ਵਾਰ-ਵਾਰ ਗੁਰਬਾਣੀ ਵਿੱਚ ਸਾਰੰਗ ਦਾ ਨਾਮ ਆਉਂਦਾ, ਸਾਰੰਗ ਪਾਨ। ਸਾਰੰਗ ਨਾਮ ਦਾ ਉਹ ਧਨੁੱਖ ਸੀਗਾ ਜਿਹੜਾ ਵਿੱਚੋਂ ਨਿਕਲਿਆ। ਭਗਵਾਨ ਵਿਸ਼ਨੂੰ ਜੀਆਂ ਨੂੰ ਦੇ ਦਿੱਤਾ, ਲਓ ਜੀ ਇਹ ਤੁਸੀਂ ਰੱਖੋ, ਜੰਗ ਯੁੱਧ ਕਰਨੇ ਹੁੰਦੇ। ਅਤੇ ਇਸੇ ਤਰ੍ਹਾਂ 13ਵੇਂ ਨੰਬਰ 'ਤੇ ਗੁਰਮੁਖੋ ਨਿਕਲਿਆ ਧਨੰਤਰ ਵੈਦ, ਜਿਹੜਾ ਲੋਕਾਂ ਦੇ ਇਲਾਜ ਕਰਿਆ ਕਰਦਾ, ਜਿਹਦੇ ਅੱਗੇ ਜੜੀਆਂ ਬੂਟੀਆਂ ਆਪ ਬੋਲ ਪੈਂਦੀਆਂ ਸਨ ਕਿ ਮੈਂ ਇਸ ਬਿਮਾਰੀ ਦਾ ਇਲਾਜ ਕਰਨ ਵਾਸਤੇ ਹਾਂ। ਇਸ ਤਰ੍ਹਾਂ ਦਾ ਵੈਦ ਵੀ ਸਮੁੰਦਰ ਦੇ ਵਿੱਚੋਂ ਨਿਕਲਿਆ ਹੈ। ਅਤੇ 14ਵੇਂ ਨੰਬਰ 'ਤੇ ਗੁਰਮੁਖੋਂ ਨਿਕਲਿਆ ਬਾਜ। ਬਾਜ ਕਹਿੰਦੇ ਘੋੜਾ। ਇੱਕ ਘੋੜਾ ਨਿਕਲਿਆ ਬੜਾ ਕੀਮਤੀ ਹੈ। ਉਹ ਫਿਰ ਘੋੜਾ ਸੂਰਜ ਨੂੰ ਦਿੱਤਾ ਗਿਆ ਅਤੇ ਸੂਰਜ ਦਾ ਜਿਹੜਾ ਰਥ ਹੈ ਉਸ ਘੋੜੇ ਦੇ ਨਾਲ ਚੱਲਦਾ ਹੈ। ਇਸ ਤਰ੍ਹਾਂ 14 ਰਤਨ ਜਿਹੜੇ ਨੇ ਗੁਰਮੁਖੋ ਉਹ ਖੀਰ ਸਮੁੰਦਰ ਦੇ ਵਿੱਚੋਂ ਪ੍ਰਾਪਤ ਹੋਏ। ਉਹ ਇੱਥੇ ਬਚਨ ਕਰਦੇ ਪਏ। ਮਹਾਰਾਜ ਫਰਮਾਉਂਦੇ ਹਨ 14 ਰਤਨ ਨਿਕਾਲੀਨ ਕਰ ਆਵਾ ਗੌਣ ਚਿਲਕਿਓ ਨ। ਉਹ ਜਿਹੜੇ 14 ਰਤਨ ਆਪਾਂ ਹੁਣੇ ਸੁਣੇ ਨੇ ਇਹ ਸਾਰੇ ਸਮੁੰਦਰ ਦੇ ਵਿੱਚੋਂ ਕੱਢੇ ਗਏ। ਆਵਾਗੌਣ ਗੁਰਮੁਖੋ ਕਹਿੰਦੇ ਸੰਸਾਰ ਨੂੰ, ਅਤੇ ਚਿਲਕਿਉਣ ਤੋਂ ਭਾਵ ਹੁੰਦਾ ਹੈ ਵੀ ਉਹ ਜਿਹੜੇ ਸਾਰੇ ਕੱਢੇ ਹੋਏ ਰਤਨ ਸੰਸਾਰ ਦੇ ਵਿੱਚ ਚਿਲਕਿਉਣ ਕਹੀਏ ਪ੍ਰਕਾਸ਼ੇ, ਪ੍ਰਗਟ ਹੋਏ, ਪ੍ਰਕਾਸ਼ ਕਰਦੇ ਪਏ, ਦੁਨੀਆ ਦੇ ਵਿੱਚ ਉਹ ਵਿਖਾਈ ਦਿੰਦੇ ਪਏ, ਦੁਨੀਆ ਦੇ ਵਿੱਚ ਉਹ ਵੰਡੇ ਗਏ ਦੇਵਤਿਆਂ ਨੂੰ। ਕਹਿਣ ਲੱਗੇ ਇਸ ਤਰ੍ਹਾਂ ਭਾਈ ਇਸ ਸੰਸਾਰ ਵਿੱਚ ਉਹ 14 ਰਤਨ ਪ੍ਰਕਾਸ਼ੇ ਬਾਹਰ ਨਿਕਲੇ। ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ 14 ਰਤਨ ਕਾਲੀਨ। ਪਹਿਲੀ ਪੰਕਤੀ ਪੜੋ। ਮਾਧਾਨਾ ਪਰਬਤ ਕਰ ਨੇਤਰ ਬਾਸਕ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਵੀ ਰਤਨ ਕੱਢੇ ਨੇ। ਕਿਹੜੇ ਰਤਨ ਕੱਢੇ ਹਨ? ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਜਿਹੜਾ ਨਿਸ਼ਚਾ ਬਖਸ਼ਿਸ਼ ਕੀਤਾ ਹੈ ਨਾ, ਭਰੋਸਾ ਜਿਹਨੂੰ ਆਪਾਂ ਕਹਿ ਦਿੰਦੇ, ਅਟਲ ਭਰੋਸਾ ਗੁਰੂ ਦੇ ਉੱਪਰ ਹੋਣਾ, ਨਿਸ਼ਚਾ ਹੋਣਾ। ਜਿਵੇਂ ਬਹਾਦਰ ਵਿਧੀ ਚੰਦ ਜੀ ਅੱਗ ਦੇ ਭੱਠੇ ਵਿੱਚ ਬਹਿਣ ਦੀ ਗੱਲ ਕਰਦੇ ਪਏ, ਭੱਠ ਦੇ ਵਿੱਚ, ਅਤੇ ਉਹ ਜਿਹੜਾ ਦਾਣੇ ਭੁੰਨਣ ਵਾਲਾ ਨਾ ਭਠਿਆਲਾ ਕਹਿਣ ਲੱਗਾ ਸਿੱਖਾ ਅੱਗ ਸਾੜ ਦੇਵੇਗੀ। ਭਾਈ ਵਿਧੀ ਚੰਦ ਕਹਿੰਦੇ ਨਹੀਂ, ਮੇਰਾ ਗੁਰੂ ਮੇਰੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲ, ਮੇਰਾ ਗੁਰੂ ਮੇਰੇ ਨਾਲ ਹੈ, ਅੱਗ ਮੇਰਾ ਕੁਝ ਨਹੀਂ ਵਿਗਾੜੇਗੀ। ਇਹ ਹੈ ਨਿਸ਼ਚਾ ਸਿੱਖ ਨੂੰ ਹੋਣਾ ਆਪਣੇ ਗੁਰੂ ਦੇ ਪ੍ਰਤੀ ਵੀ ਮੇਰਾ ਗੁਰੂ ਮੇਰੇ ਅੰਗ ਸੰਗ ਹੈ, ਭਰੋਸਾ ਰੱਖਣਾ। ਇਹ ਜਿਹੜਾ ਨਿਸ਼ਚਾ ਰੱਖਣਾ ਇਹ ਮਹਾਰਾਜ ਨੇ ਮੰਦਿਆਚਲ ਪਰਬਤ ਗੁਰਮੁਖੋ ਸਾਨੂੰ ਬਖਸ਼ਿਸ਼ ਕੀਤਾ ਹੈ। ਇਸੇ ਤਰ੍ਹਾਂ ਦੇਵਤਿਆਂ ਨੇ ਸੱਪ ਦਾ ਬੁਲਾਵਾ ਪਾ ਕੇ ਤੇ ਰਤਨ ਕੱਢਿਆ ਹੈ। ਮਹਾਰਾਜ ਜੀਆਂ ਨੇ ਜਿਹੜਾ ਸਾਨੂੰ ਪ੍ਰੇਮ ਬਖਸ਼ਿਸ਼ ਕੀਤਾ ਹੈ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰਮੁਖੋ ਜਿੱਥੇ ਭਰੋਸਾ ਹੈ ਨਾ ਉਥੇ ਪ੍ਰੇਮ ਵੀ ਹੋਣਾ ਜ਼ਰੂਰੀ ਹੈ। ਜਿੰਨਾ ਚਿਰ ਅੰਦਰ ਪ੍ਰੇਮ ਨਹੀਂ ਨਾ ਪੈਦਾ ਹੋਇਆ ਉਹਨਾਂ ਚਿਰ ਪ੍ਰਾਪਤੀ ਵੀ ਨਹੀਂ ਹੋਵੇਗੀ। ਰੁੱਖੇ ਸੁਭਾਅ ਵਾਲਾ, ਕੌੜੇ ਸੁਭਾਅ ਵਾਲਾ, ਈਰਖਾ ਕਰਨ ਵਾਲਾ ਕਦੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ। ਪ੍ਰਮਾਤਮਾ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਜਿਨ੍ਹਾਂ ਦੇ ਸੁਭਾਅ ਦੇ ਵਿੱਚ ਪ੍ਰੇਮ ਪੈਦਾ ਹੋ ਗਿਆ। ਇਹ ਮਹਾਰਾਜ ਨੇ ਨੇਤਰਾ ਜਿਹੜਾ ਬਾਸਕੀ ਨਾਗ ਦਾ ਕੀ ਪਾਇਆ ਹੈ, ਇਹ ਸਤਿਗੁਰਾਂ ਨੇ ਜਿਹੜਾ ਪ੍ਰੇਮ ਬਖਸ਼ਿਸ਼ ਕੀਤਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਭਾਈ ਇਸ ਤਰ੍ਹਾਂ ਨਿਸ਼ਚੇ ਦੇ ਨਾਲ, ਪ੍ਰੇਮ ਦੇ ਨਾਲ ਸ਼ਬਦ ਕਹੀਏ ਜੋ ਸੰਸਾਰ ਹੈ, ਜਾਂ ਕਹਿ ਲਈਏ ਜੋ ਵੇਦ ਹੈ, ਵੇਦ ਨੂੰ ਰਿੜਕ ਕੇ ਮਹਾਰਾਜ ਨੇ ਸਿਧਾਂਤ ਜਿਹੜਾ ਉਹਦੇ ਵਿੱਚੋਂ ਕੱਢਿਆ ਹੈ। ਤੇ 14 ਰਤਨ ਕਿਹੜੇ ਕੱਢੇ ਨੇ?
ਜਿਹੜੀਆਂ ਸਾਡੀਆਂ ਸਰੀਰ ਦੀਆਂ 14 ਇੰਦਰੀਆਂ ਦਾ ਦਮਨ ਕਰਨਾ ਹੈ। ਦਮਨ ਜਿਵੇਂ ਅੱਖਾਂ ਨੂੰ ਮਾੜੇ ਪਾਸੇ ਵੇਖਣ ਤੋਂ ਰੁਕਣਾ ਹੈ, ਕੰਨਾਂ ਨੂੰ ਮਾੜਾ ਸੁਣਨ ਤੋਂ, ਜ਼ੁਬਾਨ ਨੂੰ ਮਾੜਾ ਬੋਲਣ ਤੋਂ, ਇਸ ਤਰ੍ਹਾਂ ਆਪਣੇ ਸਰੀਰ ਦੇ ਅੰਗਾਂ ਨੂੰ ਮਾੜਾ, ਇਹ ਮਹਾਰਾਜ ਨੇ ਰਤਨ ਕੱਢ ਕੇ ਦਿੱਤੇ ਸਿੱਖਾਂ ਨੂੰ। ਲਓ ਭਾਈ ਸਿੱਖੋ, ਇਹ ਤੁਹਾਡੇ ਵਾਸਤੇ ਰਤਨ ਨੇ। ਤੁਸੀਂ ਉਹਨਾਂ ਹਾਥੀਆਂ ਸੰਖਾਂ ਵੱਲ ਨਾ ਵੇਖਦੇ ਰਹੋ ਵੀ ਆਹ ਨਿਕਲਿਆ ਹੈ। ਉਹ ਜਿਨ੍ਹਾਂ ਨੂੰ ਮਿਲਿਆ ਉਹ ਲੜਦੇ ਹੀ ਰਹੇ ਆਪਸ ਵਿੱਚ, ਕੋਈ ਨਹੀਂ ਸੁਖੀ ਬੈਠਾ। ਜੇ ਰਾਵਤ ਹਾਥੀ ਤੇ ਅੰਦਰ ਚੜ੍ਹਦਾ ਤੇ ਉਹ ਵੀ ਜੰਗ ਕਰਦਾ ਪਿਆ ਹੈ। ਇਸੇ ਤਰ੍ਹਾਂ ਉਹ ਤੇ ਸਾਰੇ ਜਾਣੇ, ਕੋਈ ਅੰਮ੍ਰਿਤ ਵਾਸਤੇ ਲੜਦਾ, ਕੋਈ ਸ਼ਰਾਬ ਵਾਸਤੇ ਲੜਦਾ ਪਿਆ। ਗੁਰੂ ਕੇ ਸਿੱਖ ਨੇ ਇਹ ਸਾਨੂੰ ਰਤਨ ਕੱਢ ਕੇ ਦਿੱਤੇ, ਜਿਹੜਾ ਆਪਣੇ ਸਰੀਰ ਦੇ ਅੰਗਾਂ ਨੂੰ ਮਾੜੇ ਪਾਸੇ ਤੋਂ ਰੋਕ ਕੇ ਚੰਗੇ ਪਾਸੇ ਲਾਉਣਾ ਹੈ। ਨੇਤਰਾਂ ਦੇ ਨਾਲ ਗੁਰੂ ਦਾ ਦਿਦਾਰਾ ਕਰਨਾ, ਕੰਨਾਂ ਨਾਲ ਗੁਰੂ ਦਾ ਬਚਨ ਸੁਣਨਾ, ਜ਼ੁਬਾਨ ਨਾਲ ਗੁਰੂ ਦਾ ਬਚਨ ਬੋਲਣਾ, ਇਹ ਮਹਾਰਾਜ ਨੇ ਸਾਨੂੰ ਰਤਨ ਕੱਢ ਕੇ ਦਿੱਤੇ। ਐਸੀ ਬਖਸ਼ਿਸ਼ ਮਹਾਰਾਜ ਕਰਦੇ ਹਨ। ਫਰਮਾਉਂਦੇ ਹਨ, ਕਰ ਆਵਾਗੌਣ ਚਿਲਕਿਓਨ। ਇਹ ਆਵਾਗੌਣ ਜਿਹੜਾ ਆਉਣ ਜਾਣ ਵਾਲਾ ਸੰਸਾਰ ਹੈ ਨਾ ਗੁਰਮੁਖੋ, ਆਵਾਗੌਣ ਆਉਣ ਜਾਣ ਵਾਲਾ ਸੰਸਾਰ ਜਿਹਦੇ ਵਿੱਚ ਅਸੀਂ ਆਏ ਹਾਂ, ਇਹ ਚਿਲਕਿਓਨ ਮਹਾਰਾਜ ਨੇ ਸਾਨੂੰ ਮਿਥਿਆ ਵਿਖਾ ਦਿੱਤਾ ਵੀ ਇਹ ਨਾਸ਼ਵੰਤ ਹੈ ਭਾਈ। ਦੁਨੀਆ ਵਿੱਚੋਂ ਸਿੱਖਾ ਤੇਰੇ ਨਾਲ ਕੁਝ ਨਹੀਂ ਹੋ ਜਾਣਾ, ਇਹ ਮਹਾਰਾਜ ਨੇ ਸਾਨੂੰ ਵਿਖਾ ਦਿੱਤਾ ਹੈ। ਜਿਵੇਂ 14 ਰਤਨ ਸਮੁੰਦਰ ਵਿੱਚੋਂ ਨਿਕਲੇ ਤੇ ਬਾਹਰ ਦਿਸਦੇ ਪਏ ਨਾ, ਇਹ ਮਹਾਰਾਜ ਨੇ ਸੰਸਾਰ ਵਿੱਚੋਂ ਸਾਨੂੰ ਇਹ ਵਿਖਾ ਦਿੱਤਾ ਹੈ। ਸੰਸਾਰ ਦੇ ਵਿੱਚ ਜੋ ਵੀ ਕੁਝ ਵੇਖਦਾ ਪਿਆ ਨਾ, ਇਹ ਸਭ ਕੁਝ ਮਿਥਿਆ ਹੈ, ਨਾਸਵੰਤ ਹੈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ। ਇਹ ਮਹਾਰਾਜ ਨੇ ਸਭ ਕੁਝ ਸਾਨੂੰ ਮਿਥਿਆ ਵਿਖਾ ਦਿੱਤਾ। ਇਹੋ ਹੀ 14 ਰਤਨ ਮਹਾਰਾਜ ਨੇ ਸਾਡੀ ਝੋਲੀ ਬਖਸ਼ਿਸ਼ ਕਰ ਦਿੱਤੇ। ਫਿਰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। 14 ਰਤਨ ਨਿਕਾਲੀਨ। ਗੁਰਮੁਖੋ 14 ਰਤਨਾਂ ਦਾ ਵਰਣਨ ਇਸ ਤਰ੍ਹਾਂ ਵੀ ਕੀਤਾ ਹੈ। ਸਿੱਖ ਨੂੰ 14 ਬਖਸ਼ਿਸ਼ਾਂ ਕੀਤੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਉਹ 14 ਬਖਸ਼ਿਸ਼ਾਂ ਕਿਹੜੀਆਂ ਨੇ? ਪਹਿਲੀ ਬਖਸ਼ਿਸ਼ ਹੈ ਵੈਰਾਗ ਧਾਰਨ ਕਰਨਾ, ਵੈਰਾਗ ਰੱਖਣਾ ਮਨ ਦੇ ਵਿੱਚ ਕਿ ਸੰਸਾਰ ਵਿੱਚ ਕੋਈ ਵੀ ਮੇਰਾ ਨਹੀਂ ਹੈ, ਇਹ ਸਭ ਆਪਣੇ ਸੁਆਏ ਮਲਾਸਾ। ਇਹ ਜਗ ਮੀਤ ਨਾ ਦੇਖਿਓ ਕੋਈ, ਵੀ ਸੰਸਾਰ ਵਿੱਚ ਕੋਈ ਮਿੱਤਰ ਨਹੀਂ ਹੈ। ਸਾਰੇ ਆਪਾਂ ਆਪਣੇ ਕਰਮਾਂ ਦੇ ਕਰਕੇ ਜੁੜੇ ਆ ਇੱਕ ਦੂਜੇ ਨਾਲ, ਪਰ ਜਿੱਦਣ ਸਾਡੇ ਕਰਮ ਪੂਰੇ ਹੋ ਗਏ ਉਦੋਂ ਅਸੀਂ ਉਸ ਨੂੰ ਛੱਡ ਦੇਣਾ ਹੈ। ਇਹ ਵੈਰਾਗ ਧਾਰਨ ਕਰਨਾ, ਇਹ ਮਹਾਰਾਜ ਨੇ ਪਹਿਲਾ ਗੁਣ ਬਖਸ਼ਿਸ਼ ਕੀਤਾ ਹੈ। ਦੂਜਾ ਮਹਾਰਾਜ ਨੇ ਸਾਨੂੰ ਵਿਵੇਕ ਦਿੱਤਾ ਹੈ। ਵਿਵੇਕ ਕਹੀਏ ਗਿਆਨ, ਚੰਗੇ ਮਾੜੇ ਦੀ ਸੋਝੀ ਦਿੱਤੀ ਹੈ। ਤਾਂ ਹੀ ਆਖਿਆ ਨਾ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ। ਇਹ ਵਿਵੇਕ ਦਾ ਦੂਜਾ ਗੁਣ ਬਖਸ਼ਿਸ਼ ਕੀਤਾ ਹੈ। ਤੀਜਾ ਹੈ ਖਟ ਸੰਪਤੀ, ਇਹ ਮਹਾਰਾਜ ਨੇ ਸਾਨੂੰ ਗੁਣ ਬਖਸ਼ਿਆ ਹੈ। ਚੌਥਾ ਹੈ ਮੋਖ ਦੀ ਇੱਛਾ ਰੱਖਣੀ, ਮੁਕਤੀ ਦੀ ਇੱਛਾ ਰੱਖਣੀ, ਇਹ ਚੌਥਾ ਗੁਣ ਮਹਾਰਾਜ ਨੇ ਸਾਨੂੰ ਦਿੱਤਾ ਹੈ। ਪੰਜਵਾਂ ਹੈ ਗੁਰਮੁਖੋ ਸ਼ਰਵਣ ਕਰਨਾ, ਸੰਗਤ ਵਿੱਚ ਬੈਠ ਕੇ ਅਸੀਂ ਗੁਰੂ ਦਾ ਸ਼ਬਦ ਸੁਣਦੇ ਪਏ, ਇਹ ਪੰਜਵਾਂ ਗੁਣ ਮਹਾਰਾਜ ਨੇ ਬਖਸ਼ਿਆ ਹੈ। ਛੇਵਾਂ ਗੁਣ ਹੈ ਬਚਨ ਸੁਣ ਕੇ ਫਿਰ ਉਹਦੀ ਕਮਾਈ ਕਰਨੀ ਹੈ, ਇਹ ਛੇਵਾਂ ਗੁਣ ਮਹਾਰਾਜ ਨੇ ਸਾਨੂੰ ਦਿੱਤਾ ਹੈ। ਸਤਵਾਂ ਗੁਣ ਹੈ ਮੰਨ ਕੇ ਫਿਰ ਕਮਾਈ ਕਰਨੀ, ਸਤਵਾਂ ਹੈ ਮੰਨਣ ਕਰਨਾ। ਤੇ ਅੱਠਵਾਂ ਗੁਰਮੁਖੋ ਹੈ ਫਿਰ ਉਸ ਦੀ, ਛੇਵਾਂ ਬਚਨ ਹੈ ਗੁਰਮੁਖੋ ਮੰਨਣ ਕਰਨਾ, ਤੇ ਸਤਵਾਂ ਬਚਨ ਹੈ ਉਸ ਦੀ ਕਮਾਈ ਕਰਨੀ ਹੈ, ਜਿਸ ਨੂੰ ਕਹਿੰਦੇ ਨਿਧਿਆਸਨ ਕਰਨਾ ਹੈ। ਅੱਠਵਾਂ ਬਚਨ ਮਹਾਰਾਜ ਨੇ ਸਾਨੂੰ ਸਤ ਬਖਸ਼ਿਸ਼ ਕੀਤਾ ਹੈ। ਸੁਣਿਆ ਸਤ, ਸੰਤੋਖ, ਗਿਆਨ, ਇਹ ਗੁਰਬਾਣੀ ਵਿੱਚੋਂ ਸਤਵਾਂ ਸਾਨੂੰ ਸਤ ਬਖਸ਼ਿਸ਼ ਕੀਤਾ ਹੈ। ਅੱਠਵਾਂ ਸਾਨੂੰ ਗੁਰਮੁਖੋ ਸੰਤੋਖ ਬਖਸ਼ਿਸ਼ ਕੀਤਾ ਹੈ। ਪਰ ਇਹ ਕਿਵੇਂ ਪ੍ਰਾਪਤ ਹੋਵੇਗਾ? ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਾਂਗੇ, ਉਹਦੇ ਵਿੱਚੋਂ ਬਚਨ ਆ ਜਾਵੇਗਾ, ਸੁਣਿਆ ਸਤ, ਸੰਤੋਖ, ਗਿਆਨ। ਸੁਣਿਆ 68 ਕਾ ਇਸਨਾਨ, ਸੁਣਿਆ ਪੜ ਪੜ ਪਾਵੈ ਮਨ, ਇਹ ਸਾਰੀਆਂ ਦਾਤਾਂ ਮਿਲ ਜਾਣਗੀਆਂ। ਇਸੇ ਤਰ੍ਹਾਂ ਗੁਰਮੁਖੋ ਨੌਵਾਂ ਸਾਨੂੰ ਸੰਤੋਖ ਦਿੱਤਾ ਹੈ। ਤੇ ਦਸਵਾਂ ਮਹਾਰਾਜ ਨੇ ਸਾਨੂੰ ਧੀਰਜ ਦਿੱਤਾ ਹੈ। ਕਿਸੇ ਸਮੇਂ ਕਿਹੋ ਜਿਹਾ ਵੀ ਸਮਾਂ ਬਣ ਜਾਵੇ, ਗੁਰੂ ਕਾ ਸਿੱਖ ਕਦੇ ਹੌਸਲਾ ਨਾ ਛੱਡ ਦੇਵੇ। ਰਾਤ ਦੇ ਦੀਵਾਨ ਵਿੱਚ ਆਪਾਂ 10ਵੇਂ ਪਾਤਸ਼ਾਹ ਦਾ ਇਤਿਹਾਸ ਸਰਵਣ ਕਰਦੇ ਪਏ ਨਾ, ਕਿ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ, 7 ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਛਕਣ ਵਾਸਤੇ ਪ੍ਰਸ਼ਾਦਾ ਭੋਜਨ ਨਹੀਂ ਰਹਿ ਗਿਆ। ਰੁੱਖਾਂ ਦੇ ਸੱਕ ਲਾ ਕੇ ਪਾਣੀ ਵਿੱਚ ਭਿਉਂ ਕੇ ਉਹ ਵੀ ਖਾਧੇ ਗਏ, ਪੱਤੇ ਵੀ ਖਾ ਲਏ, ਫੁੱਲ ਵੀ ਖਾ ਲਏ, ਕੁਝ ਨਹੀਂ ਬਚਿਆ ਨੇੜੇ ਤੇੜੇ ਛਕਣ ਵਾਸਤੇ। ਐਸੀ ਭੁੱਖ ਦੇ ਵਿੱਚ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਹੈ। ਇਹ ਮਹਾਰਾਜ ਨੇ ਸਾਨੂੰ ਧੀਰਜ ਬਖਸ਼ਿਆ ਹੈ। ਸਮਾਂ ਕਿਸ ਤਰ੍ਹਾਂ ਦਾ ਵੀ ਬਣ ਜਾਵੇ, ਧੀਰਜ ਨੂੰ ਨਹੀਂ ਛੱਡਣਾ ਹੈ।
ਇਸੇ ਤਰ੍ਹਾਂ ਗੁਰਮੁਖੋ 11ਵਾਂ ਹੈ ਧਰਮ, ਕਦੇ ਆਪਣੇ ਧਰਮ ਨੂੰ ਨਹੀਂ ਛੱਡਣਾ ਹੈ। ਖਾਨ ਬਹਾਦਰ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਨੂੰ ਕਹਿਣ ਲੱਗਾ, ਮੁਸਲਮਾਨ ਧਰਮ ਕਬੂਲ ਕਰੋ, ਜਿੰਨੀ ਦੌਲਤ ਚਾਹੀਦੀ, ਜਗੀਰ ਚਾਹੀਦੀ ਹੈ, ਜਿਹੋ ਜਿਹਾ ਰਿਸ਼ਤਾ ਚਾਹੀਦਾ ਮਿਲੇਗਾ। ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਵਜੀਦਾ ਕਹਿੰਦਾ ਪਿਆ, ਰਿਸ਼ਤੇ ਕਰ ਦੇਵਾਂ ਮੈਂ ਆਪਣੇ ਘਰ ਦੇ ਵਿੱਚੋਂ, ਮੇਰੀ ਆਪਣੀ ਧੀ ਹੈ, ਵਜ਼ੀਰ ਖਾਨ ਦੀ ਵੀ ਇੱਕ ਲੜਕੀ ਹੈ ਨਾ, ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰਕੇ ਜਵਾਈ ਬਣਾਉਂਦਾ, ਤੁਹਾਨੂੰ ਆਪਣੇ ਇਸਲਾਮ ਕਬੂਲ ਕਰ ਲਵੋ। ਨਹੀਂ, ਸਾਹਿਬਜ਼ਾਦੇ ਨੀਹਾਂ ਵਿੱਚ ਨੇ ਗਏ, ਭਾਈ ਤਾਰੂ ਸਿੰਘ ਦਾ ਖੋਪਰਾ ਲੈ ਗਿਆ, ਧਰਮ ਨਹੀਂ ਛੱਡਿਆ ਹੈ। ਇਹ ਮਹਾਰਾਜ ਨੇ ਸਾਨੂੰ ਗੁਣ ਬਖਸ਼ਿਆ ਹੈ ਕਿ ਗੁਰੂ ਕਿਆ ਸਿੱਖਾ ਧਰਮ ਦੇ ਵਿੱਚ ਪਰਪੱਕ ਰਹਿਣਾ ਹੈ। 12ਵਾਂ ਹੈ ਵਿਚਾਰ, ਤੇਰੀ ਸ਼ੁਭ ਵਿਚਾਰ ਹੋਣੀ ਚਾਹੀਦੀ ਹੈ। ਹਰ ਵੇਲੇ ਮਾੜਾ ਹੀ ਨਹੀਂ ਸੋਚੀ ਜਾਣਾ ਵੀ ਫਲਾਣੇ ਦਾ ਮਾੜਾ ਹੋ ਜਾਵੇ, ਇਹਦਾ ਮਾੜਾ ਹੋ ਜਾਵੇ, ਮਾੜੀਆਂ ਗੱਲਾਂ ਦੀ ਚਿਤਵਨੀ ਹਰ ਵੇਲੇ ਸੋਚੀ ਜਾਣੀ ਨਹੀਂ। ਸ਼ੁਭ ਵਿਚਾਰ ਰੱਖਣੇ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਸ਼ੁਭ ਵਿਚਾਰ ਭਲੇ ਦਾ ਹੋਣਾ। ਭਲੇ ਦਾ ਵਿਚਾਰ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਮੰਗਣਾ, ਇਹ ਸ਼ੁਭ ਵਿਚਾਰ ਬਖਸ਼ਿਆ ਹੈ। ਇਸੇ ਤਰ੍ਹਾਂ ਗੁਰਮੁਖੋ 13ਵਾਂ ਸਾਨੂੰ ਬਖਸ਼ਿਸ਼ ਕੀਤਾ ਹੈ ਤਤ ਦਾ ਸੋਧਨ, ਤਤ ਸਿਧਾਂਤ ਦੀ ਪ੍ਰਾਪਤੀ ਕਰਨੀ, ਤੇ 14ਵਾਂ ਹੈ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਣੀ। ਇਹ 14 ਜਿਹੜੇ ਮਹਾਰਾਜ ਸਾਹਿਬ ਜੀਆਂ ਨੇ ਸਾਡੇ ਉੱਪਰ ਬਖਸ਼ਿਸ਼ਾਂ ਕਰਕੇ, ਇਹ 14 ਰਤਨ ਹੀ ਨੇ ਗੁਰਮੁਖੋ ਜਿਹੜੇ ਆਪਾਂ ਸਰਵਣ ਕੀਤੇ, ਇਹ ਮਹਾਰਾਜ ਨੇ ਸਾਨੂੰ ਬਖਸ਼ੇ ਹਨ। ਸੋ ਮਹਾਰਾਜ ਸਾਹਿਬ ਜੀ ਇਸੇ ਪੰਕਤੀ ਨੂੰ ਦੁਬਾਰਾ ਫਿਰ ਬਖਸ਼ਦੇ ਹਨ। 14 ਰਤਨ ਨਿਕਾਲੀਆਂ ਗੁਰਮੁਖੋ 14 ਰਤਨਾਂ ਦੇ ਵਿੱਚੋਂ ਇੱਕ ਰਤਨ ਆਪਾਂ ਹੁਣੇ ਸਰਵਣ ਕੀਤਾ ਸੀ। ਇਹ ਅੰਤਰੀਵ ਅਰਥ ਨੇ ਇਸ ਗੁਰਬਾਣੀ ਦੇ, ਥੋੜੇ ਡੂੰਘਾਈ ਵਾਲੇ ਨੇ, ਆਪਾਂ ਧਿਆਨ ਦੇਵਾਂਗੇ ਤੇ ਸਮਝ ਜ਼ਰੂਰ ਆਵੇਗੀ। ਉਹਦੇ ਵਿੱਚੋਂ ਨਿਕਲੀ ਹੈ ਲక్ష్ਮੀ। ਸਤਿਗੁਰਾਂ ਨੇ ਲక్ష్ਮੀ ਕੀ ਦਿੱਤੀ ਹੈ ਸਾਨੂੰ? ਜਿਹੜਾ ਸਾਨੂੰ ਭਗਤੀ ਦਿੱਤੀ ਹੈ। ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨ ਲੱਗ ਪੈਂਦਾ ਨਾ, ਭਗਤੀ ਕਰਦਾ ਪਿਆ ਨਾ, ਕੋਈ ਵਾਹਿਗੁਰੂ ਦਾ ਜਾਪ ਕਰਦਾ ਪਿਆ, ਇਹ ਮਹਾਰਾਜ ਨੇ ਸਾਨੂੰ ਭਗਤੀ ਬਖਸ਼ਿਸ਼ ਕੀਤੀ, ਭਗਤੀ ਰੂਪੀ ਲక్ష్ਮੀ ਬਖਸ਼ੀ ਮਹਾਰਾਜ ਨੇ, ਇਹ ਪਹਿਲਾ ਗੁਣ ਬਖਸ਼ਿਆ ਹੈ। ਇਸੇ ਤਰ੍ਹਾਂ ਕੌਸਤਕ ਮਣੀ ਕਿਹੜੀ ਹੈ? ਜਿਹੜੀ ਆਤਮ ਵਿਚਾਰ ਬਖਸ਼ਿਸ਼ ਕੀਤੀ, ਆਪਣੀ ਆਤਮਾ ਦਾ ਨਿਰਣਾ ਕਰਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸੋ ਇਹ ਗੁਣ ਧਾਰਨ ਕਰਨਾ, ਇਹ ਮਹਾਰਾਜ ਨੇ ਸਾਨੂੰ ਦੂਜਾ ਰਤਨ ਦੇ ਵਿੱਚੋਂ ਦਾਤ ਬਖਸ਼ੀ ਹੈ। ਤੀਜਾ ਹੈ ਗੁਰਮੁਖੋ ਰੰਭਾ। ਰੰਭਾ ਤੋਂ ਭਾਵ ਲੈ ਲੈਣਾ ਕੀਰਤੀ, ਗੁਰੂ ਦੀ ਵਡਿਆਈ ਕਰਨੀ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਜ਼ੁਬਾਨ ਦੇ ਨਾਲ ਗੁਰੂ ਦੀ ਸਿਫਤ ਕਰਨੀ ਜਾਂ ਗੁਰੂ ਦੇ ਉੱਪਰ ਗੁਰਮੁਖੋ ਸ਼ਰਧਾ ਰੱਖਣੀ। ਇਹ ਮਹਾਰਾਜ ਸਾਹਿਬ ਜੀਆਂ ਨੇ ਪਰਮੇਸ਼ਰ ਦੀ ਕੀਰਤੀ ਕਰਨੀ ਰੂਪੀ ਇਹ ਸਾਨੂੰ ਰੰਭਾ ਬਖਸ਼ਿਸ਼ ਕੀਤੀ ਹੈ, ਕਹਿ ਲਈਏ ਵੀ ਅਪਸ਼ਰਾ ਬਖਸ਼ਿਸ਼ ਕੀਤੀ ਹੈ। ਚੌਥੇ ਨੰਬਰ ਤੇ ਹੈ ਵਾਰਨੀ। ਵਾਰਨੀ ਕਹਿੰਦੇ ਸ਼ਰਾਬ। ਸ਼ਰਾਬ ਦੇ ਵਿੱਚੋਂ ਗੁਰਮੁਖੋ ਗੁਣ ਲੈ ਲੈਣਾ ਪ੍ਰੇਮ ਦਾ। ਮਹਾਰਾਜ ਨੇ ਸਾਨੂੰ ਪ੍ਰੇਮ ਬਖਸ਼ਿਸ਼ ਕੀਤਾ ਹੈ ਕਿ ਗੁਰੂ ਦਾ ਸਿੱਖ ਦੂਜਾ ਗੁਰੂ ਦਾ ਸਿੱਖ ਆਪਸ ਵਿੱਚ ਭਾਈ ਭਾਈ ਦੋਨੇ ਜਾਣੇ, ਭਰਾਵਾਂ ਵਾਲਾ ਪਿਆਰ ਹੋਣਾ, ਸੰਗਤ ਨਾਲ ਪਿਆਰ ਕਰਨਾ। ਸੋ ਇਹ ਮਹਾਰਾਜ ਨੇ ਪ੍ਰੇਮ ਰੂਪੀ ਮਦਰਾ ਬਖਸ਼ਿਸ਼ ਕੀਤੀ ਹੈ। ਪੰਜਵਾਂ ਹੈ ਗੁਰਮੁਖੋ ਅੰਮ੍ਰਿਤ ਨਿਕਲਿਆ। ਅੰਮ੍ਰਿਤ ਵਿੱਚੋਂ ਮਹਾਰਾਜ ਨੇ ਸਾਨੂੰ ਨਾਮ ਦਾ ਜਾਪ ਬਖਸ਼ਿਸ਼ ਕੀਤਾ ਹੈ ਕਿ ਗੁਰੂ ਕੀ ਬਾਣੀ ਅੰਮ੍ਰਿਤ ਹੀ ਹੈ ਨਾ, ਜਦੋਂ ਬਾਣੀ ਪੜਾਂਗੇ ਇਹ ਅੰਮ੍ਰਿਤ ਸਾਨੂੰ ਪ੍ਰਾਪਤ ਹੋਵੇਗਾ। ਸੋ ਇਹ ਗੁਰੂ ਕੇ ਸਿੱਖ ਨੇ ਨਾਮ ਜਪਣਾ, ਇਹ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਇਹ ਅੰਮ੍ਰਿਤ ਹੈ ਗੁਰੂ ਦੇ ਸਿੱਖ ਵਾਸਤੇ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ। ਛੇਵਾਂ ਹੈ ਗੁਰਮੁਖੋ ਕਹਿੰਦੇ ਜਿਹੜਾ ਸ਼ੰਖ ਨਿਕਲਿਆ ਹੈ। ਸ਼ੰਖ ਬੋਲਦਾ ਹੈ ਤੇ ਸ਼ੰਖ ਤੋਂ ਭਾਵ ਲੈ ਲੈਣਾ ਗੁਰਮੁਖੋ ਰਾਗ ਦਾ ਆਲਾਪ ਕਰਨਾ, ਰਾਗ ਸੁਣਨਾ, ਗੁਰੂ ਕੀ ਬਾਣੀ ਦਾ ਰਾਗ ਸੁਣਨਾ, ਗੁਰੂ ਕੀ ਬਾਣੀ ਦੇ ਰਾਗ ਨੂੰ, ਸ਼ਬਦ ਨੂੰ ਸੁਣਨਾ ਜਾਂ ਪੜ੍ਹਨਾ। ਇਹ ਮਹਾਰਾਜ ਨੇ ਸਾਨੂੰ ਛੇਵਾਂ ਗੁਣ ਬਖਸ਼ਿਸ਼ ਕੀਤਾ ਹੈ। ਜਾਂ ਕਹਿ ਲਈਏ ਗੁਰਮੁਖੋ ਸ਼ੰਖ ਦਾ ਇੱਕ ਆਕਾਰ ਹੁੰਦਾ ਹੈ, ਸੋ ਉਸ ਆਕਾਰ ਦੇ ਸਹਿਤ ਪਰਮਾਤਮਾ ਦੀ ਸਿਫਤ ਕਰਨੀ, ਉਹਦੇ ਨਾਮ ਨੂੰ ਜਪਣਾ, ਉੱਚੀ ਧੁਨ ਵਿੱਚ ਬਾਣੀ ਪੜ੍ਹਨੀ। ਸ਼ੰਖ ਵੱਜਦਾ ਹੈ ਨਾ, ਦੂਰ ਤੱਕ ਸੁਣਾਈ ਦਿੰਦਾ ਹੈ। ਗੁਰੂ ਕੇ ਸਿੱਖ ਦਾ ਜੀਵਨ ਐਸਾ ਹੋ ਜਾਣਾ, ਬਾਣੀ ਨੂੰ ਪੜ੍ਹਨਾ, ਦੂਰ ਤੱਕ ਆਵਾਜ਼ ਸੁਣਾਈ ਦੇਵੇ। ਜਿਵੇਂ ਭਾਈ ਜੋਧ ਜੀ ਬਾਣੀ ਪੜ੍ਹਦੇ, ਗੁਰੂ ਅੰਗਦ ਸਾਹਿਬ ਨੇ ਜਾਂਦਿਆਂ ਜਾਂਦਿਆਂ ਹੀ ਸੁਣ ਲਿਆ, ਸ਼ਬਦ ਕੰਨਾਂ ਵਿੱਚ ਪੈ ਗਿਆ। ਇਹ ਗੁਣ ਲੈ ਲੈਣਾ ਹੈ। ਸਤਵਾਂ ਹੈ ਗੁਰਮੁਖੋ ਗਜਰਾਜ। ਗਜਰਾਜ ਕਹਿੰਦੇ ਹਾਥੀ। ਮਹਾਰਾਜ ਸਾਹਿਬ ਜੀਆਂ ਨੇ ਕਿਰਪਾ ਕੀਤੀ ਹੈ, ਇਹ ਵੈਰਾਗ ਰੂਪੀ ਸਾਨੂੰ ਹਾਥੀ ਬਖਸ਼ਿਸ਼ ਕੀਤਾ, ਵੈਰਾਗ ਰੱਖਣਾ ਹਰ ਵੇਲੇ। ਸੋ ਇਹ ਦਾਤ ਜਿਹੜੀ ਮਹਾਰਾਜ ਨੇ ਸਾਨੂੰ ਬਖਸ਼ੀ ਹੈ। ਅੱਠਵਾਂ ਹੈ ਬਿਖ। ਬਿਖ ਨਾਮ ਹੈ ਗੁਰਮੁਖੋ ਯੈਰ ਦਾ। ਯੈਰ ਕੀ ਹੈ? ਜਿਹੜੀ ਸੰਤਾਂ ਦੀ ਨਿੰਦਿਆ ਕਰਨੀ, ਇਹ ਯੈਰ ਹੈ ਗੁਰਮੁਖੋ।
महाराज कहन लगे उस्तत प्रभ की कर उस्तत मन मैं कर निरंकार, कर मन मेरे सत व्यवहार। उस्तत ते करनी है पर निंदिया नहीं करनी है। कदे भी किसी साधु संत की निंदिया तो हमेशा बच के रहना है। संत शरण जो जन परै सो जन उदरनहार। संत की निंदा नानका बहुर बहुर। ਜਿਹੜਾ ਸਾਧੂ ਦੀ ਨਿੰਦਿਆ ਕਰੇਗਾ ਉਹ ਵਾਰ-ਵਾਰ ਜਨਮਾਂ ਵਿੱਚ ਹੀ ਜਾਵੇਗਾ, ਜਨਮ ਹੀ ਮਿਲਦੇ ਰਹਿਣਗੇ। ਇਸੇ ਤਰ੍ਹਾਂ ਗੁਰਮੁਖੋ ਸਤਿਗੁਰੂ ਪਾਤਸ਼ਾਹ ਨੇ 8ਵਾਂ ਹੈ ਕਾਮਧੇਨ। ਕਾਮਧੇਨ ਗਊ ਤੋਂ ਕੀ ਗੁਣ ਲੈਣਾ? ਸ਼ਾਂਤੀ ਲੈਣੀ, ਹਮੇਸ਼ਾ ਸ਼ਾਂਤ ਚਿੱਤ ਰਹਿਣਾ ਹੈ। ਕੋਈ ਭਲਾ ਕਹੋ ਚਾਹੇ ਬੁਰਾ ਕਹੋ, ਕੋਈ ਚੰਗਾ ਕਵੇ ਤਾਂ ਵੀ ਉਹਦੀ ਫੂਕ ਵਿੱਚ ਨਹੀਂ ਆ ਜਾਣਾ ਹੈ, ਕੋਈ ਮਾੜਾ ਕਵੇ ਤਾਂ ਉਹਦੇ ਨਾਲ ਲੜਨਾ ਨਹੀਂ ਹੈ, ਸ਼ਾਂਤ ਰਹਿਣਾ, ਹਮੇਸ਼ਾ ਸ਼ਾਂਤੀ ਬਣਾ ਕੇ ਰੱਖਣੀ ਹੈ। ਇਹ ਮਹਾਰਾਜ ਨੇ ਸਾਨੂੰ 9ਵਾਂ ਗੁਣ ਬਖਸ਼ਿਆ ਹੈ। 10ਵਾਂ ਹੈ ਚੰਦਰਮਾ। ਗੁਰਮੁਖੋ ਚੰਦਰਮਾ ਤੋਂ ਲੈ ਲੈਣਾ ਦਾਨ, ਦਾਨ ਕਰਨਾ ਹੈ। 10 ਨੋਹਾਂ ਦੀ ਕਿਰਤ ਕਮਾਈ ਹੈ ਨਾ ਜਿਹੜੀ, ਇਹਦੇ ਵਿੱਚੋਂ ਦਸਵੰਧ ਦੇਣਾ। ਪਾਤਸ਼ਾਹ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ। ਮਹਾਰਾਜ ਕਹਿਣ ਲੱਗੇ ਭਾਈ ਗੁਰੂ ਦਾ ਸਿੱਖ ਜਿਹੜਾ ਹੈ ਘਾਲ ਖਾਏ ਕਿਛ ਹੱਥੋਂ ਦੇ। ਪਹਿਲਾਂ ਕਮਾਈ ਕਰੇ 10 ਨੋਹਾਂ ਦੀ, ਫਿਰ ਉਹਦੇ ਵਿੱਚੋਂ ਦਸਵੰਧ ਕੱਢ ਕੇ ਗੁਰੂ ਦੇ ਲੇਖੇ ਲਾ ਦੇਵੇ, ਗੁਰੂ ਦੇ ਵਾਸਤੇ ਅਰਪਣ ਕਰ ਦੇਵੇ। ਇਹ ਚੰਦਰਮਾ ਤੋਂ ਗੁਣ ਲੈਣਾ ਹੈ। 11ਵਾਂ ਹੈ ਗੁਰਮੁਖੋ ਕਲਪ ਬ੍ਰਿਸ਼। ਤੇ ਕਲਪ ਬ੍ਰਿਸ਼ ਤੋਂ ਭਾਵ ਕੀ ਹੈ? ਸੰਗਤ ਦੀ ਪ੍ਰਾਪਤੀ ਕਰਨੀ। ਕਲਪ ਬ੍ਰਿਸ਼ ਵੀ ਕਲਪਨਾ ਪੂਰੀਆਂ ਕਰਦਾ ਹੈ। ਸੰਗਤ ਵਿੱਚ ਆ ਕੇ ਬੈਠੇ ਹੋ, ਇੱਥੇ ਵੀ ਕਲਪਨਾ ਪੂਰੀਆਂ ਹੋਣਗੀਆਂ, ਦਾਤਾਂ ਮਿਲਦੀਆਂ। ਇਹ ਸੰਗਤ ਰੂਪੀ ਕਲਪ ਬ੍ਰਿਸ਼ ਦੀ ਪ੍ਰਾਪਤੀ ਕਰਨੀ ਹੈ। ਤੇ 12ਵਾਂ ਹੈ ਸਾਰੰਗਨਾਮਾ। ਜਿਹੜਾ ਧਨੁਖ ਹੈ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸੱਚ ਬੋਲਣ ਰੂਪੀ ਸਾਨੂੰ ਧਨੁਖ ਬਖਸ਼ਿਆ ਹੈ। ਹਮੇਸ਼ਾ ਸੱਚ ਬੋਲਣਾ ਹੈ। ਜਦੋਂ ਅੰਮ੍ਰਿਤ ਦੀ ਦਾਤ ਮਿਲਦੀ ਹੈ, 5 ਪਿਆਰੇ ਉਸ ਵੇਲੇ ਕਹਿੰਦੇ ਭਾਈ ਸੱਚ ਬੋਲਣਾ ਹੈ, ਝੂਠ ਨਹੀਂ ਬੋਲਣਾ ਹੈ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਇਹ ਬਚਨ ਮਹਾਰਾਜ ਦਾ। ਸੱਚ ਬੋਲਣਾ ਧਰਮ ਹੈ, ਝੂਠ ਨਹੀਂ ਬੋਲਣਾ ਹੈ। ਇਹ ਮਹਾਰਾਜ ਨੇ ਸੱਚ ਬੋਲਣ ਰੂਪੀ ਸਾਨੂੰ ਧਨੁਸ਼ ਬਖਸ਼ਿਸ਼ ਕੀਤਾ ਹੈ। ਤੇ ਗੁਰਮੁਖੋ 13ਵਾਂ ਹੈ ਧਨੰਤਰ ਵੈਦ। ਸੋ ਧਨੰਤਰ ਵੈਦ ਤੋਂ ਭਾਵ ਲੈ ਲੈਣਾ ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਪੂਰਾ ਗੁਰੂ ਹੀ ਗੁਰਮੁਖੋ ਵੈਦ ਹੈ, ਜਿਹੜਾ ਨਾਮ ਦੀ ਦਵਾਈ ਬਖਸ਼ਿਸ਼ ਕਰਦਾ ਹੈ। ਇਹ ਅਸੀਂ ਗੁਣ ਲੈ ਲੈਣਾ ਹੈ। ਅਤੇ 14ਵਾਂ ਹੈ ਉੱਚ ਸਰਬ ਘੋੜਾ। ਜਿਹੜਾ ਵਿੱਚੋਂ ਨਿਕਲਿਆ, ਜਿਹੜਾ ਉਸ ਵੇਲੇ ਸੂਰਜ ਨੂੰ ਦਿੱਤਾ ਗਿਆ। ਗੁਰੂ ਪਾਤਸ਼ਾਹ ਨੇ ਸਿੱਖਾ ਤੈਨੂੰ ਗਿਆਨ ਰੂਪੀ ਘੋੜਾ ਬਖਸ਼ਿਸ਼ ਕੀਤਾ ਹੈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ। ਇਹ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਇਹ ਗਿਆਨ ਦਾ ਘੋੜਾ, ਇਹ 14 ਰਤਨ ਜਿਹੜੇ ਨਿਕਲੇ, ਉਹਨਾਂ 14 ਰਤਨਾਂ ਵਿੱਚੋਂ ਆਪਾਂ 14 ਰਤਨ ਗੁਰਮੁਖੀ ਦੇ ਕੱਢ ਲੈ, ਗੁਰਮਤ ਦੇ ਕੱਢ ਲੈ ਵੀ ਗੁਰੂ ਨੇ ਸਾਨੂੰ ਕੀ ਕੀ 14 ਗੁਣ ਬਖਸ਼ਿਸ਼ ਕੀਤੇ। ਇਹ ਬਖਸ਼ਿਸ਼ ਕੀਤੇ ਜਿਹੜੇ ਆਪਾਂ ਸਰਵਨ ਕੀਤੇ ਹਨ। ਕਰ ਆਵਾ ਗੌਣ ਚਿਲਕਿਓ ਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਵਾ ਗੌਣ ਸੰਸਾਰ ਤੋਂ ਬਚਾਉਣ ਵਾਸਤੇ ਗੁਰੂ ਕਿਆ ਸਿੱਖਾ ਹੈ ਤੈਨੂੰ 14 ਰਤਨ 14 ਸ਼ੁਭ ਗੁਣ ਜਿਹੜੇ ਪ੍ਰਕਾਸ਼ ਕਰਕੇ ਬਖਸ਼ਿਸ਼ ਕੀਤੇ ਹਨ। ਕੁਦਰਤ ਹੈ ਵੇਖਾਲੀਆਂ। ਇਹ ਨਾਮ ਇਹੋ ਜੀ ਕੁਦਰਤ, ਕੁਦਰਤ ਕਹੀਏ ਸ਼ਕਤੀ। ਗੁਰੂ ਨਾਨਕ ਪਾਤਸ਼ਾਹ ਜੀ ਇਹੋ ਜੀ ਆਪ ਜੀਆਂ ਨੇ ਸ਼ਕਤੀ ਜਿਹੜੀ ਹੈ ਉਹ ਵਿਖਾਉਣਾ ਕੀਤੀ ਹੈ। ਜਿਣ ਐਵਡ ਪਿੰਡ ਕਿਉਂ ਨਾ। ਪਿੰਡ ਗੁਰਮੁਖੋ ਇਹ ਸੰਸਾਰ ਹੈ, ਜਿਸ ਪ੍ਰਮਾਤਮਾ ਨੇ ਆਪਣੀ ਸ਼ਕਤੀ ਵਿੱਚ ਸਾਰੇ ਸੰਸਾਰ ਨੂੰ ਟਿਕਾ ਕੇ ਰੱਖਿਆ ਹੈ। ਪਿੰਡ ਨਾਮ ਹੈ ਗੁਰਮੁਖੋ ਪਿੰਡ। ਪਿੰਡ ਕੀ ਹੈ? ਸੰਸਾਰ। ਇਹ ਸੰਸਾਰ ਰੂਪੀ ਜਿਹੜਾ ਪਿੰਡ ਹੈ, ਇਸ ਨੂੰ ਪ੍ਰਮਾਤਮਾ ਨੇ ਐਵਡ ਕਹੀਏ ਐਡਾ ਵੱਡਾ, ਜਿਸ ਨੂੰ ਠਿਣ ਕਿਉਂ ਬਣਾਇਆ ਹੈ। ਕਿਵੇਂ ਬਣਾਇਆ ਹੈ? ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ। ਸੋ ਦੋਈ ਕੁਦਰਤ ਸਾਜੀਐ ਕਰ ਆਸਨ ਡਿਠੋ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਇਹ ਸਾਰਾ ਤੁਸੀਂ ਆਪਣੀ ਸ਼ਕਤੀ ਕਰਾਮਾਤ ਨਾਲ ਕਰਦੇ ਹੋ। ਲਹਿਣ ਧਰਿਯਨ 76 ਸਿਰ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਜੀਆਂ ਨੇ ਭਾਈ ਲਹਿਣਾ ਸਾਹਿਬ ਜੀ ਦੇ ਸੀਸ ਦੇ ਉੱਪਰ ਇਹ ਗੁਰਿਆਈ ਗੱਦੀ ਦਾ ਛਤਰ ਬਖਸ਼ਿਸ਼ ਕੀਤਾ ਹੈ। ਜਦੋਂ ਮਾਤਾ ਸੁਲੱਖਣੀ ਜੀ ਨੇ ਆਖਿਆ ਨਾ ਇਹ ਨਦੀਨ ਦੀ ਪੰਡ ਜਿਹਦੇ ਵਿੱਚ ਚਿੱਕੜ ਚੋਂਦਾ ਪਿਆ ਹੈ, ਇਹ ਮਿੱਟੀ ਵਾਲੀ ਪੰਡ ਗੰਦੇ ਘਾਹ ਵਾਲੀ ਚਕਾ ਦਿੱਤੀ ਹੈ ਸਿਰ ਦੇ ਉੱਪਰ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਨਹੀਂ ਸੁਲੱਖਣੀ ਜੀ, ਇਹ ਅਸੀਂ ਇਹਨਾਂ ਦੇ ਸਿਰ ਦੇ ਉੱਪਰ ਛਤਰ ਬਖਸ਼ਿਸ਼ ਕੀਤਾ ਹੈ। ਇੰਨਾ ਬਚਨ ਆਖਿਆ। ਮਾਤਾ ਸੁਲੱਖਣੀ ਜੀਆਂ ਨੂੰ ਸਤਿਗੁਰਾਂ ਦੇ ਸੀਸ ਦੇ ਉੱਪਰ
ਭਾਈ ਲਹਿਣਾ ਸਾਹਿਬ ਦੇ ਸੀਸ ਦੇ ਉੱਪਰ ਛਤਰ ਦਿਖਾਈ ਦਿੱਤਾ ਉਸ ਵੇਲੇ। ਬੋਲੇ ਸੋ ਨਿਹਾਲ। ਮਹਾਰਾਜ ਐਸੀ ਕਿਰਪਾ ਕਰਦੇ ਆਪ ਜੀਆਂ ਨੇ ਭਾਈ ਲਹਿਣਾ ਸਾਹਿਬ ਜੀ ਦੇ ਸੀਸ ਦੇ ਉੱਪਰ ਗੁਰਿਆਈ ਦਾ ਛਤਰ ਬਖਸ਼ਿਸ਼ ਕੀਤਾ ਹੈ। ਅਸਮਾਨ ਕਿਆੜਾ ਸਿਕਿਓਨ। ਅਤੇ ਇਸ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਉਹਨਾਂ ਦਾ ਜਸ ਆਪ ਜੀ ਨੇ ਫੈਲਾ ਦਿੱਤਾ ਹੈ। ਐਸੀ ਬਖਸ਼ਿਸ਼ ਕਰਦੇ ਹੋ। ਜੋਤ ਸਮਾਣੀ ਜੋਤ ਮਾਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਜਿਹੜੀ ਜੋਤ ਹੈ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਜੋਤ ਸਮਾ ਗਈ ਹੈ, ਮਿਲ ਗਈ ਹੈ। ਉਹਨਾਂ ਦੇ ਵਿੱਚ ਜੋਤ ਅਭੇਦ ਹੋ ਗਈ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੇ ਸੰਪੂਰਨ ਥੀਆ। ਰਾਮ ਬਖਸ਼ਿਸ਼ ਕਰਦੇ ਹਨ। ਆਪ ਆਪੇ ਸੇਤੀ ਮਿਕਿਓਨ। ਆਪ ਆਪਣੇ ਵਰਗਾ ਹੀ ਮਕਿਓਨ ਕਹੀਏ, ਇੱਕੋ ਮਿੱਕੋ ਕਰ ਲਿਆ, ਆਪਣੇ ਵਰਗਾ ਹੀ ਕਰ ਲਿਆ। ਮਕਿਓਨ ਜਿਵੇਂ ਜਲ ਦੇ ਵਿੱਚ ਜਲ ਮਿਲ ਜਾਂਦਾ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸ਼ਬਦ ਥੋੜੇ ਮਹਿੰਗੇ ਮਹਾਰਾਜ ਜੀਆਂ ਦੇ, ਥੋੜਾ ਸਮਾਂ ਆਪਾਂ ਨੂੰ ਅੱਜ ਵੱਧ ਲੱਗਦਾ ਪਿਆ। ਇੱਕ ਪੰਕਤੀ ਦੀ ਵਿਚਾਰ ਅਜੇ ਬਾਕੀ ਹੈ। ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀਆਂ ਦੀ ਜੋਤ ਜਿਹੜੀ ਹੈ ਉਹ ਭਾਈ ਲਹਿਣਾ ਸਾਹਿਬ ਜੀਆਂ ਦੇ ਵਿੱਚ ਮਿਲ ਗਈ ਹੈ। ਉਹਨਾਂ ਦੇ ਵਿੱਚ ਅਭੇਦ ਹੋ ਗਈ ਹੈ। ਸਿੱਖਾਂ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਕਿ ਕਿਉਂ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਭ ਉਮਤ ਵੇਖੋ। ਉਮਤ ਕਹੀਏ ਸੰਗਤ, ਸਾਰੀ ਸੰਗਤ ਭਾਈ ਇਹ ਬਚਨ ਵੇਖੋ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜਿੰਨੀ ਵੀ ਸ੍ਰਿਸ਼ਟੀ ਰਚੀ ਹੈ, ਸਾਰੀ ਸ੍ਰਿਸ਼ਟੀ, ਸਾਰੀ ਦੁਨੀਆ ਭਾਈ ਇਹ ਗੱਲ ਵੇਖ ਲਵੋ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਨੇ ਸਿੱਖਾਂ ਦੀ ਵੀ ਪਰਖ ਕੀਤੀ ਹੈ ਔਰ ਪੁੱਤਰਾਂ ਦੀ ਵੀ ਪਰਖ ਕੀਤੀ ਹੈ। ਇਹ ਨਹੀਂ ਵੀ ਇਕੱਲੀ ਪੁੱਤਰਾਂ ਦੀ ਪਰਖ ਕਰਦੇ ਰਹੇ, ਸਿੱਖਾਂ ਦੀ ਨਹੀਂ ਕੀਤੀ ਹੈ। ਜਦੋਂ ਮੁਰਦਾ ਖਾਣ ਵਾਸਤੇ ਆਖਿਆ ਨਾ, ਉਦੋਂ ਭਾਈ ਸਧਾਰਨ ਵੀ ਨਾਲ ਸਨ, ਭਾਈ ਭਗੀਰਥ ਵੀ ਨਾਲ ਸਨ, ਬਾਬਾ ਬੁੱਢਾ ਸਾਹਿਬ ਵੀ ਨਾਲ, ਤੇ ਭਾਈ ਲਹਿਣਾ ਸਾਹਿਬ ਵੀ ਨਾਲ। ਜਦੋਂ ਪਰਖ ਹੋਈ ਭਾਈ ਲਹਿਣਾ ਸਾਹਿਬ ਹੀ ਅੱਗੇ ਹੋਏ। ਸਿੱਖਾਂ ਦੀ ਵੀ ਪਰਖ ਕੀਤੀ ਮਹਾਰਾਜ ਨੇ, ਤੇ ਪੁੱਤਰਾਂ ਦੀ ਪਰਖ ਤੇ ਕਈ ਵਾਰੀ ਕੀਤੀ ਮਹਾਰਾਜ ਨੇ। ਸਿੱਖਾਂ ਪੁੱਤਰਾਂ ਘੋਖ ਕਹਿ, ਸਿੱਖਾਂ ਤੇ ਪੁੱਤਰਾਂ ਦੀ ਘੋਖ ਕਹੀਏ ਪਰਖ ਕਰਕੇ ਸਭ ਉਮਤ ਵੇਖੋ, ਸਾਰੀ ਸੰਗਤ ਵੇਖ ਲਵੋ ਇਹ ਗੱਲ, ਜਾਂ ਸਾਰੀ ਸ੍ਰਿਸ਼ਟੀ ਇਹ ਗੱਲ ਵੇਖ ਲਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜੇ ਕਿਉਂ ਜੋ ਕੀਤਾ ਹੈ ਉਹ ਸਭ ਕੁਝ ਪਰਖ ਕੇ ਕੀਤਾ ਹੈ। ਜਿਹੜਾ ਉਸ ਵਸਤੂ ਦਾ ਲਾਇਕ ਹੈ ਉਸ ਨੂੰ ਉਹ ਦਾਤ ਬਖਸ਼ੀ ਹੈ। ਜਾਂ ਸੁਦੋਸ ਤਾਂ ਲੈਣਾ ਟਿਕਿਓ ਨਾ। ਜਾਂ ਸੁਦੋਸ ਜਦੋਂ ਸੋਧਿਆ ਨਾ, ਸਾਰਿਆਂ ਨੂੰ ਪਰਖਿਆ, ਛਾਨਣਾ ਲਾਇਆ ਮਹਾਰਾਜ ਨੇ ਬੜਾ ਬਰੀਕ ਰੱਖ ਕੇ, ਤੇ ਉਸ ਵੇਲੇ ਭਾਈ ਲਹਿਣਾ ਸਾਹਿਬ ਸਾਰੀ ਪਰਖ ਦੇ ਵਿੱਚ ਪੂਰੇ ਉਤਰੇ। ਜਦੋਂ ਪੂਰੇ ਉਤਰੇ ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਲਿਆਓ 5 ਪੈਸੇ ਨਾਰੀਅਲ ਮੱਥਾ ਟੇਕੀਏ। ਆ 5 ਪੈਸੇ ਨਾਰੀਅਲ ਭਾਈ ਲਹਿਣਾ ਸਾਹਿਬ ਦੇ ਅੱਗੇ ਰੱਖ ਕੇ, ਜਿਸ ਗੁਰੂ ਨਾਨਕ ਸਾਹਿਬ ਨੂੰ ਸਾਰੀ ਸ੍ਰਿਸ਼ਟੀ ਮੱਥਾ ਟੇਕਦੀ ਹੈ, ਸਾਰੀ ਸ੍ਰਿਸ਼ਟੀ ਸਿਰ ਝੁਕਾਉਂਦੀ ਹੈ, ਬਚਨ ਆ ਜਾਂਦਾ ਸਭ ਤੋਂ ਵੱਡਾ ਸਤਿਗੁਰ ਨਾਨਕ, ਉਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਅੱਜ ਭਾਈ ਲਹਿਣਾ ਸਾਹਿਬ ਜੀ ਨੂੰ ਮੱਥਾ ਟੇਕਦੇ ਪਏ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਨੇ ਗੁਰਤਾ ਗੱਦੀ ਤੇ ਟਿਕਾਇਆ। ਜਾਂ ਸੁਧ ਹੋਸ ਤਾਂ ਲਹਿਣਾ ਟੇਕੇ ਹੋਣ, ਜਾਂ ਸੋਧਿਆ ਤੇ ਸਾਰਿਆਂ ਦੇ ਵਿੱਚੋਂ ਪਰਖ ਦੇ ਵਿੱਚੋਂ ਭਾਈ ਲਹਿਣਾ ਸਾਹਿਬ ਜੀ ਪੂਰੇ ਉਤਰੇ। ਫਿਰ ਉਹਨਾਂ ਨੂੰ ਗੁਰਤਾ ਗੱਦੀ ਦੇ ਤਖਤ ਦੇ ਉੱਪਰ ਮਹਾਰਾਜ ਨੇ ਟਿਕਾਇਆ। ਇੱਥੋਂ ਤੱਕ ਗੁਰਮੁਖੋ 4 ਪੌੜੀਆਂ ਹੋਈਆਂ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਦੀ ਸਾਂਝੀ ਸਿਫਤ ਦੇ ਬਚਨ ਸਨ। ਹੁਣ ਅੱਗੇ 5ਵੀਂ ਪੌੜੀ ਸ਼ੁਰੂ ਹੋਵੇਗੀ, ਜਿਹੜੀ ਪੌੜੀ ਗੁਰੂ ਅੰਗਦ ਦੇ ਪਾਤਸ਼ਾਹ ਦੀ ਸਿਫਤ ਕਰਨਗੇ। ਫੇਰ ਵਸਾਇਆ ਫੇਰ ਆਨ ਸਤਿਗੁਰ ਖਾਡੂਰ। ਇਹ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਬਲਕਿ ਸਮਾਂ ਥੋੜਾ ਵੱਧ ਲੱਗਿਆ ਹੈ। ਆਪ ਸੰਗਤਾਂ ਨੇ ਮਾਫੀ ਦੇਣ ਦੀ ਕਿਰਪਾਲਤਾ ਕਰਨੀ, ਭੁੱਲਾਂ ਚੁੱਕਾਂ ਦੀ ਮੁਆਫੀ ਦਿਓ। ਸੱਜਣ ਅਸੀਸੜੀਆਂ ਸਾਹਿਬ ਸਿਓ ਮਿਲੋ। ਸਿੱਖਾਂ ਪੁੱਤਰਾਂ ਘੋਕੈ ਸਭ ਉਮਤ ਵੇਖੋ ਜੇ ਕਿਉਂ ਨਾ। ਜਾਂ ਸੁਦੋਸ ਤਾਂ ਲੈਣਾ ਟਿਕਿਓ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।